ਤੇ ਕੱਲ ਆਪਾਂ ਨੇ ਕਿੱਥੇ ਡਿਸਕਸ ਕੀਤਾ ਸੀ, ਆਪਾਂ ਨੇ ਮੂਵਮੈਂਟ ਆਫ ਇਨਰਸ਼ੀਆ ਕੀਤਾ ਸੀਗਾ। ਠੀਕ ਹੈ, ਮੂਵਮੈਂਟ ਆਫ ਇਨਰਸ਼ੀਆ ਦੇ ਨਾਲ ਕੀ ਕੀਤਾ ਸੀ, ਰੇਡੀਅਸ ਆਫ ਜਾਈਰੇਸ਼ਨ। ਸਾਰਿਆਂ ਨੂੰ ਆਵਾਜ਼ ਸਹੀ ਆ ਰਹੀ ਹੈ? ਹਾਂਜੀ ਸਰ। ਚਲੋ ਯੈਸ ਗੁੱਡ ਸਰ। ਗੁੱਡ। ਤਾਂ ਆਪਣੇ ਕੋਲ ਯੈਸ ਸਰ। ਠੀਕ ਹੈ, ਪਤਾ ਲੱਗ ਗਿਆ ਬੱਚੇ, ਪਤਾ ਲੱਗ ਗਿਆ। ਜੋ ਆਪਣੇ ਕੋਲ ਮੂਵਮੈਂਟ ਆਫ ਇਨਰਸ਼ੀਆ ਉਹ ਬੇਸਿਕਲੀ ਕੀ ਹੈ, m ਇੰਟੂ ਆਰ ਸਕੇਅਰ ਹੈ। ਠੀਕ ਹੈ, ਤਾਂ ਆਪਣੇ ਕੋਲ ਕੀ ਹੁੰਦਾ, ਇੱਕ ਐਕਸਿਸ ਆਫ ਰੋਟੇਸ਼ਨ ਹੁੰਦਾ ਜਿਹਦੇ ਅੱਗੇ ਪਿੱਛੇ ਬੋਡੀ ਨੇ ਰੋਟੇਟ ਹੋਣਾ। ਤਾਂ ਇਸ ਬੋਡੀ ਦੀ ਰੋਟੇਸ਼ਨ ਦਾ ਜੋ ਮੂਵਮੈਂਟ ਆਫ ਇਨਰਸ਼ੀਆ ਹੋਗਾ दैट विल बी ਸਮੇਸ਼ਨ m r ਸਕੁਅਰ। ਠੀਕ ਹੈ, ਤਾਂ ਕੀ ਹੋਊਗਾ, ਹਰੇਕ ਪਾਰਟ ਅਲੱਗ-ਅਲੱਗ ਪਾਰਟ ਨੇ, ਹਰੇਕ ਅਲੱਗ-ਅਲੱਗ ਪਾਰਟ ਦਾ ਅਲੱਗ-ਅਲੱਗ ਡਿਸਟੈਂਸ ਹੈ, ਸਾਰਿਆਂ ਨੂੰ ਕੀ ਕਰਾਂਗੇ ਆਪਾਂ, ਸਮ ਕਰ ਦਾਂਗੇ, ਆਪਣੇ ਕੋਲ ਕੀ ਆ ਜਾਊਗਾ, ਮੂਵਮੈਂਟ ਆਫ ਇਨਰਸ਼ੀਆ। ਫਿਰ ਆਪਣੇ ਕੋਲ ਆਂਦਾ ਰੇਡੀਅਸ ਆਫ ਜਾਈਰੇਸ਼ਨ, ਸਿੰਬਲ ਹੁੰਦਾ ਕੀ, ਮਤਲਬ ਆਪਾਂ ਨੇ ਇੱਕ ਵਰਡ ਯੂਜ਼ ਟੋਟਲ ਕੀਤਾ ਮਾਸ। ਸੀ। ਹਾਂਜੀ, ਆਹ ਸਰ ਸਮਾਲ ਐਮ ਮਾਸ ਹੈ, ਟੋਟਲ ਮਾਸ ਲਿਆ। ਦੱਸ ਐਮ ਰਿਹਾ। ਟੋਟਲ ਮਾਸ ਲਿਆ ਸੀ। ਜੇ ਆਰ ਆਪਾਂ ਕੀ ਸੁਣ ਲਓ, ਸੁਣ ਲਓ, ਜੇ ਆਪਾਂ ਲੈਫਟ ਸਾਈਡ ਤੇ ਹੈ ਦੈਨ ਟੋਟਲ ਹੈ। ਜੇ ਆਪਣੇ ਕੋਲ ਸਮੀਸ਼ਨ ਦੇ ਵਿੱਚ ਹੈ ਤਾਂ ਹਰੇਕ ਅਲੱਗ-ਅਲੱਗ ਪਾਰਟੀਕਲ ਦਾ ਮਾਸ ਹੈ। ਜੇ ਆਪਾਂ ਨੇ m ਪਿੱਛੇ ਲਿੱਤਾ ਹੈ, ਮਤਲਬ ਕੱਲਾ ਐਮ ਆਰ ਕੇ ਲਿਖਿਆ, ਦੈਨ ਕੀ ਹੈ ਆਪਣੇ ਕੋਲ ਟੋਟਲ ਮਾਸ ਹੈ। ਜੇ ਆਪਾਂ ਨੇ ਸਮੀਸ਼ਨ ਦੇ ਫਾਰਮੂਲੇ 'ਚ ਕਰਨਾ ਦੈਨ ਇਹ ਆਪਣੇ ਕੋਲ ਕੀ ਹੋ ਜਾਊਗਾ, ਇੰਡੀਵਿਜੂਅਲ ਪਾਰਟੀਕਲ ਦਾ ਮਾਸ ਹੋ ਜਾਊਗਾ। ਫਿਰ ਆਪਣੇ ਕੋਲ ਆ ਜਾਊ ਰੇਡੀਅਸ ਆਫ ਜਾਈਰੇਸ਼ਨ। ਇਹਦੇ ਵਾਸਤੇ ਆਪਾਂ ਨੂੰ ਵਰਡ ਚਾਹੀਦਾ ਹੈ ਸੈਂਟਰ ਆਫ ਮਾਸ। ਤਾਂ ਸੈਂਟਰ ਆਫ ਮਾਸ ਆਪਣੇ ਕੋਲ ਕੀ ਹੁੰਦਾ ਹੈਗਾ, ਕਿਸੇ ਬੋਡੀ ਦਾ ਉਹ ਪੁਆਇੰਟ ਜਿੱਥੇ ਬੋਡੀ ਦਾ ਸਾਰਾ ਮਾਸ ਇਕੱਠਾ ਹੋਇਆ ਹੋਵੇ ਉਸਨੂੰ ਸੈਂਟਰ ਆਫ ਮਾਸ ਕਹਿੰਦੇ ਆ। ਤਾਂ ਐਕਸਿਸ ਆਫ ਰੋਟੇਸ਼ਨ, ਜਿਹਦੇ ਅੱਗੇ ਪਿੱਛੇ ਬੋਡੀ ਨੇ ਰੋਟੇਟ ਕਰਨਾ ਹੈ, ਉਸ ਐਕਸਿਸ ਤੋਂ ਇਸ ਸੈਂਟਰ ਆਫ ਮਾਸ ਦਾ ਡਿਸਟੈਂਸ, ਉਸਨੂੰ ਆਪਾਂ ਕੀ ਕਹਾਂਗੇ, ਰੇਡੀਅਸ ਆਫ ਜਾਈਰੇਸ਼ਨ। ਠੀਕ ਹੈ, ਤਾਂ ਰੇਡੀਅਸ ਆਫ ਜਾਈਰੇਸ਼ਨ ਕੀ ਹੈ, ਸੈਂਟਰ ਆਫ ਮਾਸ ਦਾ ਡਿਸਟੈਂਸ ਫਰੋਮ ਐਕਸਿਸ ਆਫ ਰੋਟੇਸ਼ਨ। ਜੋ ਇਟ ਮੀਨਸ ਆਪਣੇ ਕੋਲ ਜੇ ਬੋਡੀ ਟੋਟਲ ਦਾ ਮਾਸ ਕਿੰਨਾ, ਕੈਪੀਟਲ ਐਮ, ਕੇ ਕੀ ਆਪਣੇ ਕੋਲ ਸੈਂਟਰ ਆਫ ਮਾਸ ਦਾ ਰੇਡੀਅਸ ਆਫ ਜਾਈਰੇਸ਼ਨ ਹੈ, ਕਿਹਦੇ ਇਕੁਅਲ ਹੋ ਜਾਊਗਾ, m1 r1 ਸਕੁਅਰ m2 r2 ਸਕੁਅਰ ਪਲੱਸ ਅਪ ਟੂ mn rn ਸਕੁਅਰ। ਕਲੀਅਰ। ਹੁਣ ਆਪਣੇ ਕੋਲ ਆਪਾਂ ਨੇ ਐਜ਼ਿਊਮ ਕੀਤਾ ਕਿ ਆਪਣੇ ਕੋਲ ਜੋ ਈਚ ਪਾਰਟ ਦਾ ਮਾਸ ਕਿੰਨਾ m ਹੈ। ਠੀਕ ਹੈ, ਤੇ ਟੋਟਲ ਪਾਰਟ ਕਿੰਨੇ ਹੈ n। ਤਾਂ ਆਪਣੇ ਕੋਲ ਕੀ ਹੋ ਜਾਊਗਾ, ਇੰਡੀਵਿਜੂਅਲ ਇੱਕ ਸਿੰਗਲ ਪਾਰਟ ਦਾ ਮਾਸ ਸਮਾਲ m, ਕਿੰਨੇ ਪਾਰਟਸ ਹੈ n, ਉਹਦੀ ਵੈਲਿਊ ਕਿੰਨੀ ਹੋ ਜਾਊਗੀ, ਕੈਪੀਟਲ m। ਠੀਕ ਹੈ, ਮਤਲਬ ਦੈਟ ਇਜ਼ ਟੋਟਲ। ਸਰ ਹਾਂਜੀ, ਸਰ ਕੇ ਕੀ ਹੈ? ਰੇਡੀਅਸ ਆਫ ਜਾਈਰੇਸ਼ਨ ਭੁੱਲ ਗਏ। ਤਾਂ ਸਰ ਆਪਣੇ ਆਪਾਂ ਤਾਂ R1 R2 R3 ਲੈਟ ਕੀਤਾ ਵਾ। R1 R2 R3 ਪਰਪੈਂਡੀਕੂਲਰ ਡਿਸਟੈਂਸ ਹੈ m1 m2 m3 ਦੇ। k ਕੀ ਆਪਣੇ ਕੋਲ ਸੈਂਟਰ ਆਫ ਮਾਸ ਦਾ ਪਰਪੈਂਡੀਕੂਲਰ ਡਿਸਟੈਂਸ ਹੈ ਫਰੋਮ ਐਕਸਿਸ ਆਫ ਰੋਟੇਸ਼ਨ। ਤਾਂ ਜੋ ਆਪਣੇ ਕੋਲ ਬੋਡੀ ਦਾ ਸੈਂਟਰ ਆਫ ਮਾਸ ਦੇ ਦੁਆਲੇ ਮੂਵਮੈਂਟ ਆਫ ਇਨਰਸ਼ੀਆ ਹੋਊਗਾ, ਉਹੀ ਮੂਵਮੈਂਟ ਆਫ ਇਨਰਸ਼ੀਆ ਸਾਰਾ ਹੋਊਗਾ, ਆਹ ਵਾਲਾ। ਤਾਂ ਦੋਨਾਂ ਨੂੰ ਕੀ ਕਰ ਸਕਦੇ ਹਾਂ ਆਪਾਂ, ਇਕੁਏਟ ਕਰ ਸਕਦੇ ਹਾਂ। ਕਲੀਅਰ। ਕੈਪੀਟਲ ਐਮ ਨੂੰ ਆਪਾਂ ਕੀ ਲਿਖ ਸਕਦੇ ਹਾਂ, m ਇੰਟੂ n। ਸਮॉल m ਕੀ ਹੈ, ਇੰਡੀਵਿਜੂਅਲ ਪਾਰਟ ਦਾ ਮਾਸ। ਸਮॉल n ਕੀ ਹੈ, ਨੰਬਰ ਆਫ ਟੋਟਲ ਨੰਬਰ ਆਫ ਪਾਰਟੀਕਲਸ ਫਾਰਮਿੰਗ ਦਾ ਸਿਸਟਮ। ਕਿਹਦੇ ਇਕੁਅਲ ਬਣ ਜੂ, r1 ਸਕੁਅਰ ਪਲੱਸ r2 ਸਕੁਅਰ ਪਲੱਸ ਅਪ ਟੂ rn ਸਕੁਅਰ। ਠੀਕ ਹੈ, ਸਮॉल m ਨਾਲ ਸਮॉल m ਕੈਂਸਲ ਹੋ ਜਾਊਗਾ, ਤਾਂ k ਸਕੁਅਰ ਦੀ ਵੈਲਿਊ ਬਣ ਜੂ ਆਪਣੇ ਕੋਲ r1 ਸਕੁਅਰ r2 ਸਕੁਅਰ ਅਪ ਟੂ rn ਸਕੁਅਰ ਡਿਵਾਈਡ ਬਾਈ n। ਸਕੁਅਰ ਇੱਥੇ ਕੈਂਸਲ ਹੋ ਜੂ, ਇੱਕ ਹੀ ਚੀਜ਼ ਬਣ ਜੂ ਇੱਥੇ, ਅੰਡਰਰੂਟ ਬਣ ਜੂ। ਹਾਂਜੀ ਸਰ, ਯਾਦ ਆ ਗਿਆ। ਕੱਲ ਕਰਵਾਇਆ ਸੀ, ਇੰਨੀ ਮੈਮਰੀ ਵੀਕ ਹੈ ਤੁਹਾਡੀ, ਭੁੱਲ ਜਾਂਦੇ ਹੋ। ਨਹੀਂ ਸਰ, ਮੈਂ ਉਹ ਗਲਤੀ ਨਾਲ ਉਹ ਲੈ ਗਿਆ ਜਿਹੜਾ ਪਾਰਟੀਕਲ ਨਹੀਂ ਕੀਤਾ ਸੀ ਉੱਪਰ R1 R2 ਲੈਟ ਕਰਕੇ, ਮੈਂ ਉਹ ਸੋਚਣ ਲੱਗ ਗਿਆ। ਚੱਲ ਕੋਈ ਚੱਕਰ ਨਹੀਂ। ਤਾਂ ਆਪਣੇ ਕੋਲ ਇਸ ਪੂਰੀ ਟਰਮ ਨੂੰ ਆਪਾਂ ਲਿਖ ਸਕਦੇ ਹਾਂ ਰੂਟ ਮੀਨ ਸਕੁਅਰ। ਤਾਂ ਕੀ ਕਰ ਰਹੇ ਆਪਾਂ, ਸਕੁਅਰ ਵੈਲਿਊਜ਼ ਦਾ ਰੂਟ ਮੀਨ ਫਾਈਂਡ ਕਰਨਾ ਹੈ। ਰੂਟ ਮੀਨ ਸਕੁਅਰ ਆਫ all the perpendicular distances r1 r2 r3 ਕੀ ਹੈ, perpendicular distance है from axis of rotation, all perpendicular distance from axis of rotation। clear। ਹੁਣ ਆਪਾਂ ਇਹਦੀ ਐਪਲੀਕੇਸ਼ਨ ਕਰਨੀ ਹੈ। ਐਪਲੀਕੇਸ਼ਨ ਕਿਵੇਂ ਕਰਨੀ ਹੈ, ਧਿਆਨ ਨਾਲ ਦੇਖੀ ਚਲੋ। ਕੁਐਸਚਨਸ ਕਰਾਂਗੇ, ਇਸ ਤੋਂ ਤੁਹਾਨੂੰ ਕਲੈਰੀਫਾਈ ਹੋਊਗਾ ਕਿ ਜੋ ਆਪਾਂ ਕਰ ਰਹੇ ਹਾਂ ਉਸਨੂੰ ਕਿਵੇਂ ਸੋਲਵ ਕਰਨਾ ਹੈ। ਠੀਕ ਹੈ,
ਹੋਰ ਜ਼ਿਆਦਾ ਕਲੈਰੀਫਾਈ ਹੋ ਜਾਊਗਾ। ਤਾਂ ਆਪਣੇ ਕੋਲ ਹੈ ਲੈਟਸ ਸੇ ਏ ਬੀ का ਆਪਣੇ ਕੋਲ ਐਕਸਿਸ ਆਫ ਰੋਟੇਸ਼ਨ ਹੈ। ਆਪਣੇ ਕੋਲ ਮਾਸਿਸ ਪਏ ਨੇ m1 m2 m3, ਤਿੰਨਾਂ ਦੀ ਅਲੱਗ-ਅਲੱਗ ਵੈਲਿਊ ਹੈ। ਲੈਟਸ ਅਸਿਊਮ m1 1 kg ਹੈ, ਨਾਲ ਨਾਲ ਨੋਟ ਕਰ ਚਲੋ, m2 2 kg ਹੈ, m3 3 kg ਹੈ। ਠੀਕ ਹੈ, डिस्टेंस भी ਆਪਾਂ ਅਲੱਗ-ਅਲੱਗ ਹੀ ਕਰ ਲੈਂਦੇ ਹਾਂ। ਆਪਣੇ ਕੋਲ ਲੈਟਸ ਸੇ ਦਿਸ ਇਜ਼ 1 ਮੀਟਰ, ਦਿਸ ਇਜ਼ 2 ਮੀਟਰ। ਤਾਂ ਫਸਟ ਪਾਰਟ ਦੇ ਵਿੱਚ ਆਪਾਂ ਨੇ ਐਕਸਿਸ ਪਾਸ ਕੀਤਾ ਹੈ ਫਰੋਮ A P Q R। ਤਾਂ ਫਸਟ ਐਕਸਿਸ ਕਿੱਥੋਂ ਪਾਸ ਕਰ ਰਿਹਾ ਹੈ? ਪਾਸ ਫਰੋਮ ਪੁਆਇੰਟ P। ਪੁਆਇੰਟ P ਤੋਂ ਐਕਸਿਸ ਪਾਸ ਕਰ ਰਿਹਾ, ਆਪਾਂ ਨੇ ਕੀ ਫਾਈਂਡ ਕਰਨਾ ਹੈ? ਮੂਵਮੈਂਟ ਆਫ ਇਨਰਸ਼ੀਆ। ਡਾਇਗਰਾਮ ਡਰਾ ਕਰ ਲਈ ਸਾਰਿਆਂ ਨੇ? ਹੁਣ ਇੱਕ ਮੈਂ ਕਰਕੇ ਦਿਖਾਊਂਗਾ, ਠੀਕ ਹੈ। ਸੈਕਿੰਡ ਥਰਡ ਪਾਰਟ ਤੁਸੀਂ ਆਪਣੇ ਆਪ ਕਰੋਗੇ, ਦੇਖਾਂਗੇ ਕਿਹੜਾ ਪਹਿਲਾਂ ਆਨਸਰ ਕੱਢੂਗਾ। ਤਾਂ ਆਪਾਂ ਨੇ ਕੀ ਕਰਨਾ ਹੈ, ਧਿਆਨ ਨਾਲ ਦੇਖੋ, ਮੈਂ ਇਹਨੂੰ ਪਹਿਲੇ ਹੀ ਫਾਰਮੂਲਾ ਲਿਖ ਰਿਹਾ, m1 r1 ਸਕੁਅਰ, m2 r2 ਸਕੁਅਰ, m3 r3 ਸਕੁਅਰ, ਬਿਕੋਜ਼ ਆਪਣੇ ਕੋਲ ਤਿੰਨ ਮਾਸਿਸ ਨੇ, ਦੋ ਡਿਸਟੈਂਸਿਸ ਨੇ। ਕਲੀਅਰ? ਹੁਣ ਆਪਾਂ ਨੇ ਹਰੇਕ ਮਾਸ ਦਾ ਡਿਸਟੈਂਸ ਫਰੋਮ ਪੁਆਇੰਟ P ਫਾਈਂਡ ਕਰਨਾ ਹੈ, ਕਿਉਂਕਿ ਐਕਸਿਸ ਆਫ ਰੋਟੇਸ਼ਨ ਕੀ ਹੈ? AB ਹੈ। ਤਾਂ ਮਾਸ m1 ਕੀ ਹੈ? 1। ਮਾਸ m1 ਦਾ AB ਤੋਂ ਡਿਸਟੈਂਸ ਕਿੰਨਾ ਹੈ? ਧਿਆਨ ਨਾਲ ਦੇਖੋ, ਮਾਸ m1 ਦਾ AB ਤੋਂ ਡਿਸਟੈਂਸ ਕਿੰਨਾ ਹੈ? ਜਿਹੜਾ ਮਾਸ m1 ਹੈ ਉਹ AB ਦੇ ਉੱਤੇ ਹੈ, ਤਾਂ ਉਸਦਾ ਡਿਸਟੈਂਸ ਕਿੰਨਾ ਆ ਜਾਊਗਾ? 0। ਕਲੀਅਰ ਸਾਰਿਆਂ ਨੂੰ? mass m1 lies on AB axis, so its perpendicular distance is 0, plus m2 ਕਿੰਨਾ ਹੈ? 2, ਉਹਦਾ ਡਿਸਟੈਂਸ ਕਿੰਨਾ ਹੈ? m3 ਹੈ 3, ਉਹਦਾ ਡਿਸਟੈਂਸ ਕਿੰਨਾ ਹੈ? m2 ਦੀ ਵੈਲਿਊ 2 ਹੈ, ਤਾਂ ਉਹਦਾ ਡਿਸਟੈਂਸ ਕਿੰਨਾ ਹੈ m2 ਦਾ? 2 ਦਾ ਫਰੋਮ AB। ਧਿਆਨ ਨਾਲ ਦੇਖੋ, ਇਹ ਕਿੰਨਾ ਆਪਣੇ ਕੋਲ? 1, ਤੇ ਕੀ ਹੋ ਜਾਊਗਾ? 1 ਸਕੁਅਰ। m3 ਦਾ ਡਿਸਟੈਂਸ ਕਿੰਨਾ ਹੈ AB ਤੋਂ? 3 kg ਮਾਸ ਦਾ ਡਿਸਟੈਂਸ ਕਿੰਨਾ ਹੈ AB ਤੋਂ? ਉਹ ਕਿੰਨਾ ਡਿਸਟੈਂਸ ਹੈ? देखो कितना बन रहा है वैल्यू? 3 यस, 3 3 बन रही है। सारे क्लियर? ਤਾਂ ਫਸਟ ਦੀ ਕੰਟਰੀਬਿਊਸ਼ਨ ਕਿੰਨੀ ਹੋ ਜੂਗੀ? 0। ਮਤਲਬ ਜਿਹੜਾ ਬਾਡੀ, ਜਿਹੜਾ ਪੁਆਇੰਟ ਮਾਸ AB ਐਕਸਿਸ ਦੇ ਉੱਤੇ ਹੈ, ਉਸ ਦੀ ਕੰਟਰੀਬਿਊਸ਼ਨ 0 ਹੈ। ਪਲੱਸ 2 ਪਲੱਸ 3 3 9 9 3 ਦਾ 27। ਠੀਕ ਹੈ, ਟੋਟਲ ਕਿੰਨਾ ਹੋਊਗਾ? 29। ਤੇ IAB ਦੀ ਵੈਲਿਊ ਕਿੰਨੀ ਬਣ ਜੂਗੀ? 29 kg ਮੀਟਰ ਸਕੁਅਰ। ਕਲੀਅਰ ਸਾਰਿਆਂ ਨੂੰ? ਤਾਂ IAB ਕਿੰਨਾ ਹੋ ਜਾਊਗਾ? 29 मीटर kg पर मीटर, हाँ कल्ला सॉरी kg मीटर स्क्वायर। क्लियर? यस सर नोट हो गया सारे का? यस नैक्सट वाला ਆਪਾਂ ਨੇ यस सर आई क्यू फाइंड करना है। जे एक्सिस पास करूगा क्यू तो पहला ਆਪਾਂ ਨੇ फाइंड किया IP, फिर आई क्यू, फिर हो जू आई आर। फॉर्मूला वुड बी सेम, m1 r1 स्क्वायर, m2 r2 स्क्वायर, m3 r3 स्क्वायर। डिस्टेंस तुसी पुट करियो, पहला मास 1 है, सैकेंड मास 2 है, थर्ड मास अपने को 3 है। हुण पॉइंट क्यू तो P का डिस्टेंस कितना है? m1 का डिस्टेंस फ्रॉम पॉइंट क्यू कितना है अपने 1 को? मीटर 1 मीटर, बिल्कुल सही है। 1 पॉइंट m2 का या Q का डिस्टेंस फ्रॉम Q, Q का डिस्टेंस 0 फ्रॉम Q 0, बिल्कुल सही है। अंडा की बोली जाते हो? 3 kg दैट इज m3। m3 का डिस्टेंस कितना है अपने पॉइंट Q तो? 2 मीटर्स। यस, सिंपल है सर कुछ। कल्ला क्यों लिया? हाँ जी, कल्ला क्यों ही लिया आ? Q लिखना है, Q लिख ਜਿਵੇਂ लो, इको गल है। ਨਹੀਂ ਇਸ ਨਾਲ ਕੋਈ ਹੋਰ ਪੁਆਇੰਟ ਨਹੀਂ ਲਿਆ, ਜਿਵੇਂ ਆਪਾਂ A B ਲਿਆ ਸੀਗਾ, ਐਵੇਂ हेलो, ਪੁੱਛ ਰਹੀ ਹਾਂ। ਹੁਣ ठीक है। पिछले ਨੂੰ मैंने IP लिखता, ਹੁਣ ठीक है। ਸਿੰਬਲ ਹੈ, ਜੋ ਮਰਜੀ ਪਾਸ ਕਰੋ, ਕੋਈ ਪ੍ਰੋਬਲਮ ਨਹੀਂ ਹੈ। ਆਪਾਂ ਨੇ ਕੀ ਕਰਨਾ ਹੈ? ਆਪਾਂ ਨੇ ਇਸ ਕੇਸ ਦੇ ਵਿੱਚ ਐਕਸਿਸ ਪਾਸ ਕਰਾ ਰਹੇ ਆਪਾਂ Q ਤੋਂ, ਠੀਕ ਹੈ। ਟੋਟਲ ਵੈਲਿਊ ਕੱਢੋ, ਸਿਮਿਲਰਲੀ ਫਾਈਂਡ ਕਰੋ IR ਦੀ ਵੈਲਿਊ। ਦੇਖਦੇ ਕਿਹੜਾ ਪਹਿਲਾ ਆਨਸਰ ਕੱਢਦਾ ਹੈ। ਮੈਂ ਆਇਆ 2 ਮਿੰਟ।
सर 17 आएगा। 17 सर 17 क्यों गा पाई जाते हो जशन की कही जाना तू बता 17 सर सर 17 आएगा। 17 कह रहे हो पहला 1 2 2 4 4 3 12 पहले ਦਾ 17 ਆ ਰਿਹਾ ਸ਼ਾਬਾਸ਼ मतलब सेकंड ਦਾ ਆਪਣੇ ਕੋਲ ਕਿੰਨਾ ਆ ਰਿਹਾ 17 ਆ ਰਿਹਾ ਭਾਈ 13 ਜਸ਼ਨ ਤੁਸੀਂ ਕਿਹੜਾ ਕਹਿ ਰਹੇ ਸੀ ਬੱਚੇ सर IR वाला कह रहे थे सर 17 ਚਲੋ ਠੀਕ ਹੈ ਚੈੱਕ ਕਰ ਲੈਂਦੇ ਆਪਾਂ ਕੋਈ ਚੱਕਰ ਨਹੀਂ ਹੈ ਤਾਂ IRL ਦਾ ਫਾਰਮੂਲਾ ਵੁੱਡ सर ਬੀ ਸੇਮ आवाज घट गई बहुत आवाज घट गई बहुत ਹੁਣ ਠੀਕ ਹੈ 17 यस सर ਚਲੋ ਠੀਕ ਹੈ ਤਾਂ ਆਪਣੇ ਕੋਲ ਦੇਖ ਲਓ ਵੈਲਿਊ ਕਿਵੇਂ ਪੁੱਟ ਕਰਨੀ ਹੈ ਸੇਮ ਮੈਥਡ 1 distance square 2 distance square 3 distance square point m3 ਤੋਂ m1 ਦਾ ਡਿਸਟੈਂਸ ਕਿੰਨਾ ਆਪਣੇ ਕੋਲ 1 ਤੇ 2 that is 3 square m2 ਦਾ ਡਿਸਟੈਂਸ ਕਿੰਨਾ ਹੈ 2 square 3 ਦਾ ਡਿਸਟੈਂਸ ਕਿੰਨਾ ਹੈ 0 square ਇਹ ਬਣ ਜਾਊ 9 plus 8 17 ਜਸ਼ਨ ਆਨਸਰ ਬਿਲਕੁਲ ਸਹੀ ਸੀ ਬੱਚੇ ਤਾਂ ਆਪਣੇ ਕੋਲ IR ਦੀ ਵੈਲਿਊ ਹੋਗੀ 17 kg ਮੀਟਰ ਸਕੁਅਰ ਹੁਣ ਮੈਥਡ ਕਲੀਅਰ ਸਾਰਿਆਂ ਨੂੰ यस यस सर ਚਲੋ ਗੁੱਡ ਨੈਕਸਟ ਕਰਦੇ ਹਾਂ ਆਪਾਂ ਫਿਜ਼ਿਕਸ ਦੀ ਖਾਸੀਅਤ ਹੈ ਕੱਲੇ ਸੁਣਿਆ ਨਾ ਆਪਾਂ ਨੇ ਬੱਚੇ मोमेंटम नहीं फाइंड करना तो यूनिट्स पहली गल होगी kg मीटर स्क्वायर दूसरी चीज़ कैलकुलेशन तुम चेक कर लो 15 नहीं 18 17 बनना सीगा ठीक है यस सर मेरे गलती ਨਾਲ ਹੋ ਗਿਆ ਸੀਗਾ ਬਟ ਮੈਨੂੰ ਸਮਝ ਆ ਗਿਆ ठीक है बच्चे ਨੈਕਸਟ ਕੁਐਸਚਨ ਦੇਖ ਲਓ ਬੱਚੇ ਆਪਣੇ ਕੋਲ ਮਾਸਿਸ ਪਏ ਨੇ ਹੁਣ ਇਹ ਲੈਂਥੀ ਹੋਣ ਵਾਲਾ ਮੈਨੂੰ ਨਹੀਂ ਪਤਾ ਕਿ ਇੱਕ ਕਲਾਸ ਇੱਕ ਕੁਐਸਚਨ ਤੇ ਲੱਗ ਜਾਵੇ ਸ਼ਾਇਦ ਬਟ ਇਸ ਨੂੰ ਸਮਝ ਲਿਓ ਕਿਉਂਕਿ ਜਿੰਨੇ ਆਰਟੀਕਲਸ ਨੇ ਨੈਕਸਟ ਵਾਲੇ ਉਹ ਇਸੇ ਕੁਐਸਚਨ ਦੇ ਅੱਗੇ ਪਿੱਛੇ ਰੋਟੇਟ ਹੋਣਗੇ ए है सिंपल जा कोई औखा नहीं है ए बी सी डी तो अपने कोल 4 मासिस है ए बी सी डी अपन ने वर्क एनर्जी पावर का वो भी करना है टेस्ट जा तैयारी तुरी कर लो नैक्सट वीक टेस्ट होगा पहला दस रहा मैं तो मासिस ना एम कर देना सारे मासिस के एम है ठीक है डिस्टेंस जिन्ना मर्जी ले लो डिस्टेंस लेट से अपन ने ले लिया साइड का डिस्टेंस कितना ए है हर एक साइड का स्क्वेयर है ठीक है इस पॉइंट ਨੂੰ O कह ਲੈਂਦੇ ਆ फाइंड ਹੁਣ ਜਿਹੜਾ ਆਨਸਰ ਹੋਊਗਾ ਨਾ m a ਦੀ ਫਾਰਮੈਟ ਚ ਹੋਊਗਾ ma ਸਕੁਅਰ ਦੀ ਫਾਰਮੈਟ ਚ ਹੋਊ ਬਸ ਇਹਦਾ ਕੋਐਫੀਸ਼ੀਐਂਟ ਚੇਂਜ ਹੋ ਜਾਊਗਾ ਧਿਆਨ ਨਾਲ ਦੇਖੋ ਇਹੀ ਬਣੂ ਆਪਣੇ ਕੋਲ ਸਾਰੇ ਆਨਸਰ फाइंड फर्स्ट पार्ट I AB I CD I AD देख रहे किन्ने को तुम सॉल्व करते हो खासियत भी है ना से खासियत भी चलू कुछ फॉर्मूला लिख देना मैं m1 r1 स्क्वायर m2 r2 स्क्वायर m3 r3 स्क्वायर m4 r4 स्क्वायर तो जो डिस्टेंस लेना है ए बी तो परपेंडिकुलर डिस्टेंस लेना है ए बी एक्सिस एवं है तो इस डायग्राम भी एक्सप्लेन करूंगा बट पहले ये वैल्यू देख लो हर एक पासे मास कितना है m इट इज काइंड ऑफ बुक अपने को लेट से आ बुक है ठीक है टॉप पोर्शन अपने को आह ए है आह बी है तो बॉडी ने ए वाला एक्सिस फिक्स है एम रोटेट हो समझ रहे हो ए बी का मतलब की है ए बी एक्सिस इज फिक्स बुक विल रोटेट लाइक दिस बॉडी विल रोटेट लाइक दिस तो ਆਪਾਂ ने 4 मासेस का डिस्टेंस फाइंड करना है फ्रॉम ए बी एक्सिस सर सारे जी ए आऊगा ना नहीं जेड़ा मास ए है अपने कोल एक्सिस ऑफ रोटेशन आ वाला है मैं जो डॉटेड ड्रॉ किया पॉइंट ए दा एक्सिस तो डिस्टेंस कितना है 0 बिकॉज पॉइंट ए एक्सिस उत्ते ही है क्लियर सारे दिख रहा है बी पॉइंट मैं इसनू ए ले रहा
दिस इज बी, दिस इज सी, दिस इज डी। ठीक है, बाय डिफॉल्ट यही समझ लियो कि ए बी सी का मतलब 1 2 3 है। वो 1 2 3 लिखना मतलब ईजी होंगे थोड़ा जा। तो अपने कोल पहला अपने कोल फर्स्ट मास आ गया, फिर आप की लवांगे सैकेंड मास। सैकेंड मास कितना हो जाऊगा आ वाला। तो यदा डिस्टेंस कितना है 0। सारे क्लीयर कि बी जोड़ा है वो ए बी एक्सिस के उत्ते है, जिस नाल डिस्टेंस कितना है 0। जोड़ा सी है, सी का ए बी एक्सिस तो परपेंडिकुलर डिस्टेंस कितना है, जोड़ा डिस्टेंस 90 डिग्री बना रहा आ डिस्टेंस है कितना है ए। क्लीयर। तो अपने को आह एक्सिस है, पॉइंट सी इधर है, तो आ डिस्टेंस कितना है ए। सिमिलरली डी पॉइंट इतने हो जू साइड से, तो वह डिस्टेंस भी कितना हो जू परपेंडिकुलर डिस्टेंस, दैट वुड बी ए। तो आपने की देखना है वो डिस्टेंस जो 90 डिग्री बना रहा है, तो ए आ जाओ। तो टोटल कितना बन जाऊगा 2m²। क्लीयर सारे सर एक बार दोबारा दसियो। आपा ने डिस्टेंस Clear मैजर है सर। करना है जेड़ा परपेंडिकुलर है। सी का डिस्टेंस कितना है पॉइंट ए बी एक्सिस तो सी इतने पे है, तो सी का डिस्टेंस कितना है ए बी एक्सिस तो डी इतने पे है, तो डी का परपेंडिकुलर डिस्टेंस कितना है ए। डिस्टेंस परपेंडिकुलर होना चाहिए। जे सी डी फाइंड करना है मैथड वुड बी सेम। क्लियर बाकिया नू? सर यस सर। यस सर। सर सारा यस ना सर। आंसर सेम होगा ना? हाँ जी सर सारा ना आंसर सेम है ना? बिल्कुल सही है, यही चीज़ ट्रिक सी जो मैं कह रहा था ना कि लास्ट इजी हो जाएगा पोर्शन। हम सी डी ए डी फाइंड करोगे, सिमेट्रिक बॉडी है, सिमेट्रिक बॉडी का आंसर सेम रहूगा, डिस्टेंस सेम है, मास सेम है। हाँ जी फाइन। सर सर जिवें अपने ए बी सी डी ਦੇ ਏ ਡੀ ਫਾਈਂਡ ਕਰਨਾ ਹੈ, ਪਰ ਸਰ हाँ ਉਸ ਚ ਆਪਾਂ R1 R2 R3 R4 ਸਰ ਚਾਰ ਪੁਆਇੰਟ ਲਵਾਂਗੇ A B C D। मेरा पॉइंट समझो, R1 अपने पॉइंट ए लैट किया है, R2 लैट किया पॉइंट बी। ठीक है, बट जेड़ा अपने आ वर्ड लिखा है सी डी वाला, ਇਹਦਾ मतलब है कि हुण एक्सिस ऑफ रोटेशन सी डी ਤੇ चला गया, ਉਹ ए बी तो शिफ्ट हो गया। एक्सिस ऑफ रोटेशन पहला उपरला लिता सी ए बी आ लिता सी, हुण ਆਪਾਂ नीचेला लावांगे, इस नाल बॉडी ऐ रोटेट होगी। ठीक है, तो अपने कोल पॉइंट ए दा जिसनों ਆਪਾਂ पहला ਲੈਂਦੇ ਆ, सी डी एक्सिस तो डिस्टेंस कितना विजिबल है ए ਹੁਣ देख लो, जेड़ा पॉइंट ए है ਉਹਦਾ सी डी एक्सिस तो डिस्टेंस कितना है ए, जेड़ा पॉइंट बी है ਉਹਦਾ सी डी एक्सिस तो, जेड़ा पॉइंट अपने कोल बी है ਉਹਦਾ सी डी एक्सिस तो परपेंडिकुलर डिस्टेंस कितना है, वो भी कितना है ए है। ध्यान रखना है डिस्टेंस शुड बी परपेंडिकुलर। जेड़ा पॉइंट सी ते डी है वो की कर रहा है, वो एक्सिस के उत्ते लाई कर रहा है। डिस्टेंस कितना हो गया 0 0, तो टोटल आंसर कितना बन जू 2m²। 2m। ठीक है, आई ए डी भी बन जू 2m। ए डी हो गया, एक मिनट, ए बी सी डी ए डी, फिर है अपने को आई बी सी भी की हो जू। लॉजिक ही चलूगा कि जेड़ा मास एक्सिस के उत्ते है ओदा उस एक्सिस तो डिस्टेंस तो 0 है, कॉमन सेंस कहती है। बाकी दो मासिस बचणगे उन्हों का डिस्टेंस के कारण मूवमेंट ऑफ इनर्शिया आऊगा। क्लीयर। हुण जे ध्यान नाल देखोगे इत्थे अपने कोल सारे आंसर एम ए स्केयर फॉर्मेट ने, इस अपने कोल सारे आंसर एम ए स्केयर के फॉर्मेट ने, उन्होंने कॉफिशेंट बन रहे 2 2, इतने 2 बन गया, नीचे 2 बन गया। तो मैंने की किया पहले क्या नहीं सीगा कि हर एक आंसर एम ए स्केयर के फॉर्मेट होगा विच कोई उहदा कॉफिशेंट होगा। आ नोट कर लो, मैंने नेक्स्ट वाले पोर्शन ये ही कराने ने, क्योंकि ए वाले तो सेम सेम ने, कोई फर्क नहीं है। सर यस, डायग्राम तो बिना वो चीज़ एक्सप्लेन नहीं हो सकती अपनी। इन्हें नोट करो, 2 मिनट देना मैं। नोट हो गया सारे का? यस सर। यस सर। करिएगा ए वाला पोर्शन। हुण जिन्ने भी अपने आंसर फिगर आउट करांगे सारे की होगा, इट विल बी द प्रोडक्ट या फिर कॉफिशेंट ऑफ एम ए स्केयर। तो एम ए स्केयर का की होगा अपने को मल्टीपल चलूगा। हुण सिर्फ की ध्यान रखना तुसीं, सिर्फ एक्सिस ऑफ रोटेशन का ध्यान रखना कि किस एक्सिस ऑफ रोटेशन नाल काम होगा।
ਚਲੋ ਪਹਿਲਾ ਕੁਐਸਚਨ ਦੇ ਦੇਣਾ ਫਿਰ ਮੈਂ ਸਾਫ਼ ਕਰਦਾ। ਲੈਟ ਸੀ ਕਿੰਨਾ ਕੁ ਤੁਸੀਂ ਦਿਮਾਗ ਲਗਾਉਂਦੇ ਹੋ। ਆਪਾਂ ਨੇ ਫਾਈਂਡ ਕਰਨਾ ਹੈ ਆਈ ਏ ਸੀ, ਆਪਾਂ ਨੇ ਫਾਈਂਡ ਕਰਨਾ ਹੈ ਆਈ ਬੀ ਡੀ। ਕਰੋ ਸੋਲਵ। ਧਿਆਨ ਰੱਖਿਓ ਜਿਹੜੇ ਆਪਾਂ ਨੇ ਏ ਬੀ ਬੀ ਸੀ ਸੀ ਡੀ ਵਾਲੇ ਐਕਸਿਸ ਕੀਤੇ ਥੀਸ ਆਰ ਕਾਲਡ ਪਲੇਨਰ ਐਕਸਿਸ। ਏ ਸੀ ਵੀ ਆਪਣੇ ਕੋਲ ਕੀ ਹੈ, ਪਲੇਨਰ ਐਕਸਿਸ ਹੈ, ਜਿਹੜਾ ਉਸ ਪਲੇਨ ਦੇ ਵਿੱਚ ਹੁੰਦਾ ਹੈ। ਥੀਸ ਆਰ ਪਲੇਨਰ ਐਕਸਿਸ, ਜਿਹੜਾ ਇਸ ਪਾਰਟਿਕੂਲਰ ਪਲੇਨ ਦੇ ਵਿੱਚ ਹੈ। ਫਾਰਮੂਲਾ ਸੇਮ ਲੱਗੂ, ਵੈਲਿਊਜ਼ ਚੇਂਜ ਕਰਨੀਆਂ। m1 r1 ਸਕੁਅਰ, m2 r2 ਸਕੁਅਰ। ਅੱਛਾ ਉਹ ਅਗੇਨ ਆਪਣੇ ਕੋਲ 10 ਮਿੰਟ ਦੇ ਵਿੱਚ ਵੀਡੀਓ ਬੰਦ ਹੋ ਜੂਗੀ, ਠੀਕ ਹੈ। ਮੈਸੇਜ ਮੇਰੇ ਕੋਲ ਆ ਗਿਆ, ਤਾਂ ਜਦੋਂ ਵੀਡੀਓ ਬੰਦ ਹੋਊਗੀ ਆਟੋਮੈਟਿਕਲੀ ਉਸੇ ਲਿੰਕ ਤੇ ਕਲਿੱਕ ਕਰਿਓ, ਖੁੱਲ ਜੂਗਾ। 1-2 ਮਿੰਟ ਦਾ ਗੈਪ ਪੈਂਦਾ ਹੈਗਾ, ਈਜ਼ੀਲੀ ਹੋ ਜਾਂਦਾ। Similarly next वाला formula would be same, m1 r1 square, m2 r2 square, m3 r3 square, m4 r4 square। ਹੁਣ ਇਸ m into distance square, m into distance square, ਇਹਦੇ ਚ ਵੀ ਜੇ ਦਿਮਾਗ ਲਗਾਓਗੇ ਸੇਮ ਆਂਸਰ ਬਣੂਗਾ, ਕਿਉਂਕਿ ਸਾਰਾ ਦਾ ਸਾਰਾ ਸਿਸਟਮ ਸਿਮੈਟ੍ਰਿਕ ਹੈ। ਤਾਂ ਆਪਾਂ ਇਸ ਨੂੰ A ਕਹਾਂਗੇ, B ਕਹਾਂਗੇ, C ਕਹਾਂਗੇ, D ਕਹਾਂਗੇ। ਵੈਲਿਊਜ਼ ਮੈਨੇ ਛੱਡਤੀਆਂ, ਰਿਟਨ ਵਾਲਾ ਪੋਰਸ਼ਨ ਮੈਨੇ ਕਰਤਾ। ਸਰ ਸ਼ਾਇਦ A ਤੇ C 0, B ਤੇ D A। A ਤੇ ਆਪਾਂ ਨੇ AC ਚੋਂ ਕੱਢਣਾ ਹੈ, ਤਾਂ ਧਿਆਨ ਦਿਓ ਪਹਿਲਾਂ ਤਾਂ ਪਹਿਲੀ ਗੱਲ ਤਾਂ ਪਹਿਲਾ ਐਕਸਿਸ ਆ ਬਣੂਗਾ, AC ਐ ਜਾਊਗਾ। ਤਾਂ ਆਪਣੇ ਕੋਲ ਕਾਮਨ ਸੈਂਸ ਧਿਆਨ ਨਾਲ ਦੇਖੋ, ਜਿਹੜਾ A ਵਾਲਾ ਮਾਸ ਹੈ ਉਹ ਐਕਸਿਸ ਦੇ ਉੱਤੇ ਹੈ, ਤਾਂ A ਵਾਲੇ ਮਾਸ ਦਾ ਐਕਸਿਸ ਤੋਂ ਡਿਸਟੈਂਸ ਕਿੰਨਾ ਹੈ, 0। ਕਲੀਅਰ ਸਾਰਿਆਂ ਨੂੰ। ਜਿਹੜਾ C ਵਾਲਾ ਮਾਸ ਹੈ ਉਹ ਐਕਸਿਸ ਦੇ ਉੱਤੇ ਹੈ, ਤਾਂ ਉਹਦੇ ਕਾਰਨ ਡਿਸਟੈਂਸ ਕਿੰਨਾ ਹੋ ਗਿਆ, 0। ਤਾਂ A ਤੇ C ਦੀ ਕੰਟਰੀਬਿਊਸ਼ਨ ਕੀ ਹੋਗੀ, 0। ਕੀ ਬਚਿਆ ਆਪਣੇ ਕੋਲ, B ਤੇ D। ਹੁਣ B ਦਾ ਪਰਪੈਂਡੀਕੂਲਰ ਡਿਸਟੈਂਸ ਕਿੰਨਾ ਹੈ, D ਦਾ ਵੀ ਸੇਮ ਹੀ ਹੋਊਗਾ। ਲਾਓ ਦਿਮਾਗ। √2 ਹੈ। ਬਿਲਕੁਲ ਸਹੀ ਹੈ, √2a ਨਹੀਂ ਹੋਊਗਾ, a/√2। ਕਿਵੇਂ, ਮੈਂ ਨੀਚੇ ਸੋਲਵ ਕਰ ਰਿਹਾ, ਧਿਆਨ ਨਾਲ ਦੇਖੋ। ਮੈਂ ਟ੍ਰਾਇੰਗਲ ਲੈ ਰਿਹਾ, ਟ੍ਰਾਇੰਗਲ ABD। ਆਪਣੇ ਕੋਲ ਕੀ ਹੋ ਗਿਆ, ਰਾਈਟ ਐਂਗਲ ਟ੍ਰਾਇੰਗਲ ਹੋ ਗਈ। ਮੈਂ ਡਾਇਗਰਾਮ ਵੀ ਡਰਾ ਕਰ ਦਿੰਦਾ। ਜੇ ਆਪਣੇ ਕੋਲ ਰਾਈਟ ਐਂਗਲ ਟ੍ਰਾਇੰਗਲ ਚ ਆਹ ਸਾਈਡ A ਹੈ, ਆਹ ਵਾਲੀ ਸਾਈਡ A ਹੈ, ਤਾਂ ਹਾਈਪੋਟਨਿਊਜ਼ ਕਿੰਨਾ ਹੋ ਜਾਊਗਾ, DB ਕਿੰਨਾ ਹੋ ਜਾਊਗਾ, √2a। ਸਾਰਿਆਂ ਨੂੰ ਪਤਾ ਇਸ ਬਾਰੇ। ਯੈਸ ਸਰ। ਹਾਈਪੋਟਨਿਊਜ਼ ਕੀ ਹੁੰਦਾ ਹੈ, ਪਰਪੈਂਡੀਕੂਲਰ ਸਕੁਅਰ ਪਲੱਸ ਬੇਸ ਸਕੁਅਰ ਦਾ ਅੰਡਰਰੂਟ। ਸੋਲਵ ਕਰਕੇ ਬਣ ਜੂ √2a। ਵੈਸੇ ਵੀ ਪਤਾ ਹੋਣਾ ਚਾਹੀਦਾ। ਹੁਣ ਜੇ ਆਪਾਂ ਆਹ ਡਿਸਟੈਂਸ ਦੇਖੋ ਧਿਆਨ ਨਾਲ, AC ਤੋਂ B ਦਾ ਡਿਸਟੈਂਸ ਆਹ ਵਾਲਾ ਹੈ, ਜੋ ਮੈंने 90 ਡਰਾ ਕਰ ਰਿਹਾ, ਵਾਈਟ ਨਾਲ ਡਰਾ ਕਰ ਰਿਹਾ, 90 ਵਾਲਾ ਆਹ ਵਾਲਾ ਡਿਸਟੈਂਸ ਹੈ। ਸਾਰਿਆਂ ਨੂੰ ਕਲੀਅਰ। ਦ ਡਿਸਟੈਂਸ ਵਿਚ ਮੇਕਸ ਐਨ ਐਂਗਲ ਆਫ 90 ਡਿਗਰੀ ਵਿਦ AC ਐਕਸਿਸ, ਉਹ ਕੀ ਹੈ, OB ਹੈ, ਠੀਕ ਹੈ। ਤਾਂ OB ਕਿੰਨਾ ਹੋ ਜਾਊਗਾ, DB ਦਾ ਹਾਫ ਹੋ ਜਾਊਗਾ। ਸਾਰਿਆਂ ਨੂੰ ਕਲੀਅਰ। ਯੈਸ, √2a/2, ਤੇ ਬਣ ਜੂ a/√2 ਬਣ ਜੂ। ਤਾਂ ਆਪਣੇ ਕੋਲ ਆਹ ਡਿਸਟੈਂਸ a/√2 ਹੋ ਜੂ, ਆਹ ਡਿਸਟੈਂਸ a/√2 ਹੋ ਜੂ, ਕਿਉਂਕਿ D ਦਾ ਡਿਸਟੈਂਸ ਵੀ ਤਾਂ ਸੇਮ ਹੀ ਹੋ ਜੂ। ਹੁਣ D ਦਾ ਡਿਸਟੈਂਸ ਕਿੰਨਾ ਹੈ, A ਵੀ ਤਾਂ ਆਪਣੇ ਕੋਲ ਆਹੀ ਵਾਲਾ ਹੈ, ਦੈਟ ਇਜ਼ OD। D ਦਾ ਡਿਸਟੈਂਸ ਕਿੰਨਾ ਆਪਣੇ ਕੋਲ, OD, ਤੇ B ਦਾ ਕਿੰਨਾ ਹੈ, OB। ਧਿਆਨ ਕੀ ਦੇਣਾ ਹੈ ਕਿ ਇਹ ਡਿਸਟੈਂਸ ਪਰਪੈਂਡੀਕੂਲਰ ਹੋਣਾ ਚਾਹੀਦਾ ਹੈ। ਐਵੇਂ ਤਾਂ A ਤੋਂ ਲੈ ਕੇ B ਤੱਕ ਵੀ ਹੈ, ਕਿਆ AB ਪਰਪੈਂਡੀਕੂਲਰ ਬਣਾਉਣਾ ਨਾ, ਆ 45 ਡਿਗਰੀ ਬਣ ਰਿਹਾ। ਆਪਾਂ ਨੇ ਪਰਪੈਂਡੀਕੂਲਰ ਡਿਸਟੈਂਸ ਦੇਖਣਾ ਹੈ, ਜਿਹੜਾ ਡਿਸਟੈਂਸ 90 ਡਿਗਰੀ ਬਣਾਵੇ। ਇਸ ਦਾ ਵੈਸੇ ਪ੍ਰੈਕਟੀਕਲੀ ਮੀਨਿੰਗ ਹੁੰਦਾ ਜਿਹੜਾ ਸ਼ਾਰਟੈਸਟ ਡਿਸਟੈਂਸ ਹੁੰਦਾ, ਉਸ ਨੂੰ ਆਪਾਂ 90 ਡਿਗਰੀ ਕਹਿ ਦਿੰਦੇ ਹਾਂ। ਸਾਰਿਆਂ ਨੂੰ ਕਲੀਅਰ। ਪਲਕ, ਅਨਮੋਲ, ਸਨਾਕਸ਼ੀ। ਤਾਂ ਆਪਣੇ ਕੋਲ OB ਐਂਡ OD ਦੀ ਵੈਲਿਊ, ਜਿਹੜਾ ਡਿਸਟੈਂਸ ਪਰਪੈਂਡੀਕੂਲਰ ਹੁੰਦਾ ਉਹ ਆਪਾਂ ਨੇ ਦੇਖਣਾ ਹੈ, ਠੀਕ ਹੈ। ਤਾਂ ਆਪਣੇ ਕੋਲ O ਤੋਂ ਲੈ ਕੇ B ਤੱਕ ਦਾ ਡਿਸਟੈਂਸ ਕੀ ਹੈ, ਪਰਪੈਂਡੀਕੂਲਰ ਬਣਾ ਰਿਹਾ ਵਿਦ ਡਾਇਗਨਲ। ਤਾਂ ਆਪਣੇ ਕੋਲ A ਤੋਂ ਲੈ ਕੇ B ਤੱਕ ਦਾ ਡਿਸਟੈਂਸ ਵੀ ਹੈ, ਬਟ ਉਹ ਡਿਸਟੈਂਸ ਕੀ ਬਣਾ ਰਿਹਾ, 45 ਡਿਗਰੀ। ਆਪਾਂ ਨੂੰ ਚਾਹੀਦਾ ਪਰਪੈਂਡੀਕੂਲਰ ਡਿਸਟੈਂਸ, ਤਾਂ ਆਪਾਂ ਕੀ ਲਿਖਾਂਗੇ, OB ਲਿਖਾਂਗੇ। ਅਕੋਰਡਿੰਗ ਟੂ ਬੋਟਮ ਡਾਇਗਰਾਮ OB ਤੇ OD ਦੀ ਵੈਲਿਊ ਕਿੰਨੀ ਹੈ, a/√2। ਕਲੀਅਰ। ਤਾਂ ਆਪਣੇ ਕੋਲ OB ਐਂਡ OD ਦੀ ਵੈਲਿਊ ਕਿੰਨੀ ਹੈ, ਇਹ ਹੈਗੀ ਆਪਣੇ ਕੋਲ a/√2। ਸਾਰਿਆਂ ਨੂੰ ਕਲੀਅਰ। ਹੁਣ ਲੌਜੀਕਲੀ ਆਹ ਦੋਨੇ ਚੀਜ਼ਾਂ ਇਕੁਅਲ ਹੋ ਜਾਣਗੀਆਂ। ਇਸ ਨੂੰ ਲਿਖ ਸਕਦੇ ਹਾਂ m into a/√2 ਸਕੁਅਰ ਪਲੱਸ m। ਸਰ ਹਾਂਜੀ
ਸਰ ਮਤਲਬ ਸਰ ਆਪਾਂ ਨੇ ਕੱਟਣਾ ਥਰਡ ਸਾਈਡ ਦਾ ਟ੍ਰਾਇੰਗਲ ਦਾ ਸਰ ਉਹ ਚ ਫਾਰਮੂਲਾ ਲਗਾ ਕੇ ਪਰ ਸਰ ਆਪਾਂ ਪਰਪੈਂਡੀਕੂਲਰ ਦਾ ਮੰਨਾਂਗੇ ਮਤਲਬ। ਧਿਆਨ ਨਾਲ ਦੇਖੋ, ਆਪਾਂ ਨੇ ਕੀ ਕਰਨਾ, ਆਪਾਂ ਨੇ BD ਦੀ ਵੈਲਿਊ ਫਾਈਂਡ ਕਰਨੀ ਹੈ। BD ਦੀ ਵੈਲਿਊ ਕਿੰਨੀ ਆ ਗਈ ਸੀ, √2a। ਉਸ ਤੋਂ ਬਾਅਦ ਆਪਾਂ ਨੇ ਇਸ ਡਾਇਗਰਾਮ 'ਚ ਦੇਖਿਆ ਕਿ ਆਪਾਂ ਨੇ BD ਦਾ ਹਾਫ ਕਰਨਾ ਹੈ। BD ਦਾ ਹਾਫ ਕਿਵੇਂ ਕਰਾਂਗੇ, ਜਿੰਨਾ ਡਿਸਟੈਂਸ BD ਦਾ ਹੈ ਦੈਟ ਇਜ਼ √2a, ਉਸਨੂੰ 2 ਤੇ ਡਿਵਾਈਡ ਕਰ ਦਿਓ ਤਾਂ ਸੋਲਵ ਕਰਕੇ ਕਿੰਨਾ ਬਣ ਜਾਊਗਾ, a/√2। ਆ ਤਾਂ ਸਾਰਿਆਂ ਨੂੰ ਕਲੀਅਰ ਹੈ ਨਾ ਕਿ a/√2, √2 ਨਾਲ 2 ਕੈਂਸਲ ਹੋ ਗਏ, √2 ਰਹਿ ਜਾਂਦਾ ਹੈ। ਠੀਕ ਹੈ, ਤਾਂ ਆਪਣੇ ਕੋਲ √2 ਦਾ ਹਾਂਜੀ ਟ੍ਰਾਇੰਗਲ OBD ਨਹੀਂ ਆਣਾ ਸੀਗਾ, ਤੁਹਾਨੂੰ ABC ਲਿਖਤਾ। ट्रायंगल ABD, यस माई मिस्टेक, करेक्ट कर लो भाई, गलती की थी मैंने। तो अपने को ABD ट्रायंगल आऊगी, ABD तो अपने को बन जू MA²/2, टॉप ते देख लो MA²/2 कितना बन गया MA²। तो AC ਦੇ ਅਬਾਊਟ ਆਪਣੇ ਕੋਲ ਮੂਵਮੈਂਟ ਆਫ ਇਨਰਸ਼ੀਆ ਕਿੰਨਾ ਬਣਿਆ M × A²। ਕਲੀਅਰ ਟੂ ਆਲ। सर ਕੀਤਾ ਤਾਂ मैंने भी आई ਸੀਗਾ ਪਰ ਸਰ √2 ਦੀ ਜਗ੍ਹਾ ਕੱਲਾ 2 ਲੈ ਲਿਆ। ਫਿਰ ਚੱਕਰ ਪਤਾ ਕੀ ਹੈ ਬੱਚੇ, ਆਪਾਂ ਨੇ BD ਦਾ ਹਾਫ ਕਰਨਾ, ਆਪਾਂ ਨੇ ਸਾਈਡ ਦਾ ਹਾਫ ਥੋੜੀ ਕਰਨਾ, ਆਪਾਂ ਨੇ ਜੋ ਡਾਇਗਨਲ ਹੈ ਉਹਦਾ ਹਾਫ ਕਰਨਾ ਹੈ। ਤਾਂ ਡਾਇਗਨਲ ਕਿੰਨਾ ਆ ਰਿਹਾ ਆਪਣੇ ਕੋਲ √2, ਠੀਕ ਹੈ √2a, ਉਸਨੂੰ 2 ਤੇ ਡਿਵਾਈਡ ਕਰਦੇ ਆ ਤਾਂ ਇਹ ਕੈਂਸਲ ਹੋ ਕੇ √2 ਬਣ ਜਾਂਦਾ, ਇਹਦਾ ਰਿਜ਼ਲਟ ਬਣ ਜਾਂਦਾ a/√2। ਕਲੀਅਰ, ਸਿੰਪਲ ਸਿੰਪਲ ਚੀਜ਼ਾਂ ਨੇ, ਇਸ 'ਚ ਕੋਈ ਕੰਪਲਿਕੇਸ਼ਨ ਨਹੀਂ ਹੋਣੀ ਚਾਹੀਦੀ, ਬੇਸਿਕ ਜਿਓਮੈਟਰੀ ਹੈ। ਅਰੁਣ ਕਲੀਅਰ ਬੱਚੇ? यस सर। ਗੁੱਡ। ਤੇ ਹੁਣ ਨੈਕਸਟ ਵਾਲੇ ਦਾ ਆਨਸਰ ਕੀ ਬਣੂਗਾ, ਜੇ ਆਪਾਂ ਨੇ BD ਐਕਸਿਸ ਰੱਖਣਾ ਹੋਵੇ, ਜੋ AC ਐਕਸਿਸ ਦੇ ਅਰਾਊਂਡ ਹੈ BD ਵਾਲਾ ਵੀ ਤਾਂ ਸੇਮ ਹੈ। ਇਹ ਵਾਲਾ ਸੇਮ ਆਨਸਰ। ਯੈਸ ਬਿਲਕੁਲ ਸਹੀ ਹੈ, ਸੇਮ ਆਨਸਰ। ਧਿਆਨ ਨਾਲ ਦੇਖੋ, ਹੁਣ ਆਪਾਂ ਐਕਸਿਸ ਕੀ ਕਰਨਾ ਹੈ, ਨੈਕਸਟ ਵਾਲਾ BD ਦੇ ਅਲੋਂਗ ਕਰਨਾ ਹੈ। ਜਦੋਂ ਆਪਾਂ BD ਐਕਸਿਸ ਦੇ ਅਲੋਂਗ ਕਰਾਂਗੇ ਤਾਂ ਉਸ ਮੂਵਮੈਂਟ ਤੇ ਕੰਟਰੀਬਿਊਸ਼ਨ ਆਫ B ਤੇ D ਕਿੰਨੀ ਹੋਊਗੀ, D ਦੀ ਕੰਟਰੀਬਿਊਸ਼ਨ ਕਿੰਨੀ ਹੋਊਗੀ, 0, ਕਿਉਂਕਿ ਡਿਸਟੈਂਸ 0 ਹੈ, ਕਿਉਂਕਿ ਐਕਸਿਸ ਦੇ ਉੱਤੇ ਹੈ। B ਦੀ ਕੰਟਰੀਬਿਊਸ਼ਨ ਕਿੰਨੀ ਹੋ ਜੂਗੀ, 0। ਕੀ ਬਚੂਗਾ, A ਤੇ C। ਹੁਣ BD ਦੀ ਵੀ MA² ਆਊਗੀ। BD, ਹਾਂ ਆਨਸਰ ਸੇਮ ਆਊਗਾ ਬੱਚੇ, ਮੈਥਡ ਐਕਸਪਲੇਨ ਕਰ ਰਿਹਾ ਸੀ ਮੈਂ। ਆਪਣੇ ਕੋਲ ਜਿਹੜਾ C ਤੇ A ਹੈ ਉਹਦਾ ਪਰਪੈਂਡੀਕੂਲਰ ਡਿਸਟੈਂਸ ਆਹੀ ਵਾਲਾ ਹੋ ਜਾਊਗਾ, OA ਤੇ OC। ਬਾਈ ਸਿਮੈਟਰੀ ਡਿਸਟੈਂਸ ਵੁੱਡ ਬੀ ਸੇਮ। ਕਲੀਅਰ ਸਾਰਿਆਂ ਨੂੰ? ਹੁਣ A ਦਾ ਡਿਸਟੈਂਸ ਕਿੰਨਾ ਹੈ, a/√2। ਹੋਰ ਕਿਹੜਾ, C ਦਾ ਡਿਸਟੈਂਸ ਕਿੰਨਾ ਹੈ, a/√2। B ਦਾ ਡਿਸਟੈਂਸ ਕਿੰਨਾ ਹੈ, 0। D ਦਾ ਡਿਸਟੈਂਸ ਕਿੰਨਾ ਹੈ, 0। ਕਿੱਥੋਂ ਡਿਸਟੈਂਸ ਦੇਖਣਾ ਹੈ, ਐਕਸਿਸ ਤੋਂ। ਐਕਸਿਸ ਕਿਹੜਾ ਹੈ, BD। ਆਪਣੇ ਕੋਲ ਕੀ ਬਣੂ, MA²/2 + 0 + MA²/2 + 0 ਕੀ ਬਣ ਜੂ, MA²। ਤਾਂ ਰਿਜ਼ਲਟ ਕੀ ਬਣ ਜੂ ਆਪਣੇ ਕੋਲ, MA²। ਸਰ ਇਹ ਸਿਮਿਲਰਲੀ ਕਰਕੇ ਕਰ ਸਕਦੇ ਆ? ਕਰ ਤਾਂ ਸਕਦੇ ਆ, ਕੋਈ ਚੱਕਰ ਨਹੀਂ ਹੈ, ਬਟ ਇੰਨਾ ਤੁਸੀਂ ਮੇਰੇ ਹਿਸਾਬ ਨਾਲ ਇੰਨੇ ਤੁਸੀਂ ਹਾਈ ਸਪੀਡ ਨਹੀਂ ਹੋਏਗੀ ਤੁਹਾਨੂੰ ਇੱਕ ਚੀਜ਼ ਸਮਝਾਈ ਜਾਵੇ, 4 ਤੁਸੀਂ ਸਿਮਿਲਰਲੀ ਲਿਖ ਲਓ ਤਾਂ ਬੈਟਰ ਹੈ। ਇਕੱਲੀ ਇਕੱਲੀ ਲਿਖੋ ਤਾਂ ਹੀ ਚੀਜ਼ ਯਾਦ ਰਹੂ। ਹਾਲੇ ਤੁਸੀਂ ਇੰਨੇ ਬਾਰ-ਬਾਰ ਕਹਿ ਰਿਹਾ, ਮੈਂ ਕੋਈ ਪੁੱਠਾ ਦਾ ਨਹੀਂ ਬੋਲ ਰਿਹਾ, ਹਾਲੇ ਟੌਪਿਕ ਸਟਾਰਟ ਕੀਤਾ ਆਪਾਂ ਨੇ, ਪ੍ਰੈਕਟਿਸ ਇੰਨੀ ਨਹੀਂ ਹੋਈ ਕਿ ਤੁਸੀਂ ਸਿਮਿਲਰਲੀ ਲਿਖੋ। ਜਿਵੇਂ ਇੱਕ ਵਾਰ ਕੁਐਸਚਨਸ ਦੀ ਪ੍ਰੈਕਟਿਸ ਹੋ ਜੂਗੀ ਤੁਹਾਡੇ ਮਾਈਂਡ 'ਚ ਪਿਕ ਹੋਣ ਲੱਗ ਜੂਗਾ, ਇਹ ਐਵੇਂ ਬਣੂ, ਇਹ ਐਵੇਂ ਬਣੂ, ਆਨਸਰ ਸਿਮਿਲਰਲੀ ਕਰ ਸਕਦੇ ਹੋ। ਠੀਕ ਹੈ, ਮੇਨ ਤੁਹਾਡੀ ਪ੍ਰੈਕਟਿਸ ਹੈ। ਨੋਟ ਹੋ ਗਿਆ ਸਾਰਿਆਂ ਦਾ? ਯੈਸ ਸਰ। ਉੱਪਰਲਾ ਰਬ ਕਰ ਰਹੇ ਹਾਂ। ਉਸ ਤੋਂ ਬਾਅਦ ਮੈਂ ਇੱਕ ਹੋਰ ਪੁਆਇੰਟ ਦੱਸਦਾ, ਮਤਲਬ ਤੁਹਾਡੇ ਤੋਂ ਹੀ ਪੁੱਛੂੰਗਾ, ਲੈਟਸ ਸੀ ਕਿੰਨਾ ਕੁ ਦਿਮਾਗ ਕੰਮ ਕਰਦਾ। ਜੇ ਮੈਨੇ ਫਾਈਂਡ ਕਰਨਾ ਹੋਵੇ IO, ਲੈਟਸ ਸੀ ਹੁਣ IO ਦਾ ਮਤਲਬ ਕੀ ਹੈ, ਮੀਨਿੰਗ ਸਮਝ ਲਓ। ਆ ਹੈ ਪਲੇਨ ਹੈ ਤਾਂ ਐਕਸਿਸ ਇਹਦੇ ਚੋਂ ਪਾਸ ਕਰ ਰਿਹਾ। ਹੁਣ ਜੇ ਮੈਨੂੰ ਸਿੱਧਾ ਕਰ ਲੂੰਗਾ, ਐਕਸਿਸ ਐ ਹੋ ਜੂ ਤਾਂ ਬੋਡੀ ਐ ਰੋਟੇਟ ਹੋ, ਸਾਰਿਆਂ ਨੂੰ ਦਿਖ ਰਿਹਾ, ਬੋਡੀ ਵਿਲ ਰੋਟੇਟ ਲਾਈਕ ਦਿਸ। ਤਾਂ ਉਹਦਾ ਐਕਸਿਸ ਰੋਟੇਸ਼ਨ ਕਿਉਂ, ਜੋ ਉਹਦਾ ਸੈਂਟਰ, ਡਾਇਗਨਲ ਦਾ ਸੈਂਟਰ। ਠੀਕ ਹੈ, ਕਲੀਅਰ ਸਾਰਿਆਂ ਨੂੰ? ਪਹਿਲਾਂ ਆਪਾਂ ਕਰ ਰਹੇ ਸੀ ਪਲੇਨਰ ਐਕਸਿਸ, ਪਹਿਲਾਂ ਸੀ ਆਪਣੇ ਕੋਲ ਪਲੇਨਰ ਐਕਸਿਸ। ਠੀਕ ਹੈ, ਆਹ ਵਾਲੇ ਪਲੇਨਰ ਐਕਸਿਸ ਸੀ। ਹੁਣ ਕੀ ਆਪਣੇ ਕੋਲ ਪਰਪੈਂਡੀਕੂਲਰ ਐਕਸਿਸ, ਆਪਣੇ ਕੋਲ ਪਲੇਨਰ ਨਹੀਂ ਹੈ, ਪਰਪੈਂਡੀਕੂਲਰ ਹੈ। ਆ ਨੋਟ ਕਰੋ ਜਿੱਦਾਂ ਰਹਿ ਗਿਆ ਤੇ ਆਨਸਰ ਦੇਖੋ ਕਿੰਨਾ ਬਣੂਗਾ। ਦੇਖੋ ਆਨਸਰ ਕਿੰਨਾ ਬਣਦਾ। ਨਾਲ ਹੁਣ ਵੀਡੀਓ ਬੰਦ ਹੋ ਜੂਗੀ, ਦੁਬਾਰਾ ਰਿਫਰੈਸ਼ ਹੋਊਗਾ ਫਿਰ ਕੰਟੀਨਿਊ ਹੋਊਗਾ। सर 2 MA²।
2 ma² आंसर बिल्कुल सही है। तनवी दा आंसर सी सर 2 ma²। बिल्कुल सही है। सर 2 ma²। आई ओ कढ़ लिया तो आई ए भी कड्डो ते बाकियां नूं भी कड्ढण दा टाइम दिओ। ਸਰ ਸਮਝ ਨਹੀਂ ਆਇਆ ਤੁਸੀਂ ਕਿਵੇਂ ਦੱਸਿਆ ਸੀਗਾ ਵੀ आई ਆਈਓ ओ रोटेशन डिस्टेंस यस देखो, सर आंसर समझ आ जाऊगा, थोड़ा दिमाग यूज करो। फिर वीडियो दोबारा स्टार्ट नहीं है, मैं दसदा। हाँ जी चमकौर जी, हाँ जी सर जी। किहदे वाले ਇਹਦੇ 400 ਸਮਥਿੰਗ ਸੀਗੇ, 440। ਹਾਂ 6640। ਉਹ ਯਾਰ ਉਹਨੂੰ ਕਹਿ ਕੇ 6000 ਦੇ ਤੇ ਮਤਲਬ ਕੰਪਲੀਟ ਕਰਕੇ ਖਤਮ ਕਰ, ਬਾਰ-ਬਾਰ ਫਿਰ ਆਪਾਂ ਨੂੰ ਬੋਲਦਾ। ਫੜ ਲਓ 5 ਫੜ ਲਓ, ਫਿਰ ਤਾਂ ਠੀਕ ਹੈ। ਫੜ ਲਓ 5। ਸਰ ਹੁਣ ਜਿਹੜੇ ਹੈਗੇ ਹੋ ਆਪਣਾ ਕੁਐਸਚਨ ਸੋਲਵ ਕਰੋ। ਸਰ ਹਾਂਜੀ ਸਰ ਆਈਓ ਚ ਸਰ R1 R2 R3 R4 ਸਰ A/√2 ਭਰਾਂਗੇ ਨਾ। ਯੈਸ ਬਿਲकुल सही है। ਹਾਂਜੀ ਸਰ ਆਈਓ ਤਾਂ ਹੋ ਗਿਆ ਸਰ ਆਈਏ ਕੱਢ सर आई आई जे ए आईओ ਤੁਹਾਨੂੰ 4 ਸਮਝ स्क्वायर आऊगा आंसर। ਕਿੰਨਾ ਆ ਗਿਆ ਬੱਚੇ ਤੁਹਾਡਾ? सर आई ए च मेरा आंसर सर 4a² m आ रहा है। 4a² m नहीं होगा, 4ma² होगा। तरीके नाल बोलो, ठीक है ठीक है। ਸਹੀ ਹੋ, ਗਲਤ ਨਹੀਂ ਹੋ, ਮੈਂ ਵੀ ਤੁਹਾਨੂੰ ਸਹੀ ਹੀ ਕਹਿ ਰਿਹਾ, ਬਟ ਉਸ ਨੂੰ ਇੱਕ ਵੇ ਹੁੰਦਾ ਹੈ, ਉਹ ਹੀ ਤੁਸੀਂ ਮਾਈਂਡ 'ਚ ਰੱਖਣਾ ਬੱਚੇ। ਜਸ਼ਨ ਦਾ ਆਨਸਰ ਬਿਲਕੁਲ ਸਹੀ ਹੈ, 4ma²। ਹੁਣ ਇੱਥੇ ਦੇਖ ਲਓ, ਜਿਨ੍ਹਾਂ ਨੂੰ ਕਨਫਿਊਜ਼ਨ ਹੈ, ਮਾਸ ਤਾਂ ਸਾਰੇ m ਤੇ m ਨੇ, ਲੌਜਿਕ ਸੇਮ ਹੈ। ਧਿਆਨ ਨਾਲ ਦੇਖੋ, ਆਪਣੇ ਕੋਲ ਐਕਸਿਸ ਕਿਹੜਾ, ਹੁਣ ਇਸ ਐਕਸਿਸ ਨੂੰ ਮੈਂ ਇੱਥੇ ਡਰਾ ਨਹੀਂ ਕਰ ਸਕਦਾ, ਮੈਂ ਇਸ ਲਈ ਪੁਆਇੰਟਸ ਲਿਖੂੰਗਾ। ਪਹਿਲੇ ਪੁਆਇੰਟ A ਦਾ ਪਰਪੈਂਡੀਕੂਲਰ ਡਿਸਟੈਂਸ ਕਿੰਨਾ ਹੋ ਜੂ, OA। ਦੇਖੀ ਚੱਲੋ ਸਾਰੇ। ਜਿਹੜਾ B ਆ, B ਦਾ ਡਿਸਟੈਂਸ ਕਿੰਨਾ ਹੋ ਜੂ, OB, ਦੈਨ OC, ਦੈਨ OD। ਕਲੀਅਰ ਸਾਰਿਆਂ ਨੂੰ? ਹੁਣ ਜੇ ਆਪਣੇ ਕੋਲ ਬੋਡੀ ਇਸ ਟਾਈਪ ਦੀ ਹੈ, ਸੈਂਟਰ ਐਕਸਿਸ ਹੈ, ਤਾਂ ਸੈਂਟਰ ਤੋਂ ਡਿਸਟੈਂਸ ਸਿੱਖਣਾ, ਤਾਂ ਆਪਾਂ ਨੇ ਪੁਆਇੰਟ O ਤੋਂ ਡਿਸਟੈਂਸ ਦੇਖਿਆ। ਆਪਾਂ ਨੂੰ ਪਤਾ ਹੈ ਕਿ ਸਾਰੇ ਡਿਸਟੈਂਸ ਜਿਹੜੇ ਨੇ A/√2 ਨੇ ਡਿਊ ਟੂ ਸਿਮੈਟ੍ਰੀਕਲ ਸਿਸਟਮ। ਕਲੀਅਰ ਸਾਰਿਆਂ ਨੂੰ? ਹੁਣ ਠੀਕ ਹੈ ਬੱਚੇ, ਜਿਹੜੇ ਕਹਿ ਰਹੇ ਸੀ ਕਨਫਿਊਜ਼ਨ ਹੈ। ਆਪਾਂ ਨੇ ਕੀ ਕਰਨਾ ਹੈ, ਜਿਸ ਪੁਆਇੰਟ ਬਾਰੇ ਕਿਹਾ ਹੋਇਆ ਉਸ ਪੁਆਇੰਟ ਤੋਂ ਡਿਸਟੈਂਸ ਦੇਖਣਾ ਹੈ, ਬਾਕੀ ਸਾਰੇ ਪੁਆਇੰਟਸ ਦਾ, ਸਾਰੇ ਮਾਸਿਸ ਦਾ ਕਹਿ ਲਓ, ਪੁਆਇੰਟਸ ਦਾ ਕਹਿ ਲਓ। ਇਹ ਬਣ ਜੂ ma²/2, ma²/2 ਵੀ ਬਣ ਜੂਗਾ। ਪਹਿਲਾਂ ਕਿਹੜੇ ਕਹਿ ਰਹੇ ਸੀ ਕਨਫਿਊਜ਼ਨ ਹੈ? ਚਲੋ ਗੁੱਡ। ਫਿਰ ਪੁਆਇੰਟ A ਦੇਖਣਾ ਹੈ। A ਦਾ ਮਤਲਬ ਕੀ ਹੈ? ਆ ਆਪਣੇ ਕੋਲ ਹੁਣ ਪਲੇਨਰ ਇਹ ABCD ਹੈ। ਲੈਟਸ ਸੇ ਪੁਆਇੰਟ A ਆ ਵਾਲਾ ਹੈ, ਤਾਂ A ਨੂੰ ਐਵੇਂ ਰੱਖਾਂਗੇ, ਬੋਡੀ ਐ ਰੋਟੇਟ ਕਰੂ। ਪੁਆਇੰਟ O ਵਿਚਕਾਰਲਾ ਸੀ, ਸਾਰਿਆਂ ਨੂੰ ਵਿਜ਼ੀਬਲ ਹੋ ਰਿਹਾ ਨਾ? ਪੁਆਇੰਟ O ਵਿਚਕਾਰਲਾ ਸੀਗਾ, ਤਾਂ ਬੋਡੀ ਐਵੇਂ ਰੋਟੇਟ ਹੋਣੀ ਸੀਗੀ। ਪੁਆਇੰਟ A ਇਸ ਸਾਈਡ ਤੇ ਕਿਨਾਰੇ ਵਾਲਾ, ਤਾਂ ਬੋਡੀ ਐਵੇਂ ਰੋਟੇਟ ਹੋਊਗੀ। ਠੀਕ ਹੈ।
ਹੁਣ ਕਲੀਅਰ ਹੈ ਸਾਰਿਆਂ ਨੂੰ? ਫਾਰਮੂਲਾ ਜਿਹੜਾ ਹੈ ਨਾ ਕਾਪੀ Sir- ਪੇਸਟ ਮਾਰੀ ਚੱਲੋ ਨੀਚੇ। ਹਾਂਜੀ ਸਰ IA ਵਾਲਾ ਦਾ ਆਨਸਰ 4 MA² ਆ ਰਿਹਾ ਹੈ। ਬਿਲਕੁਲ ਸਹੀ ਹੈ ਅਰੁਣ, ਕੁਐਸਚਨ ਸਮਝਾਣੇ ਸਟਾਰਟ ਹੋ ਗਏ ਬੱਚੇ, ਤੈਨੂੰ ਚੰਗੀ ਗੱਲ ਹੈ। ਬਾਕੀ ਕਿਸੇ ਹੋਰ ਨੇ ਸੋਲਵ ਕੀਤਾ ਇਸ ਨੂੰ ਰੈਦਰ ਦੈਨ ਜਸ਼ਨ ਜਾਂ ਅਰੁਣ? ਤਨਵੀ ਨੇ ਵੀ ਕਰ ਲਿਆ ਸੀ। ਹਾਂਜੀ ਸਰ। ਸਰ ਸਰ 4 ਮੇਰਾ MA के बाद ਸਾਰੇ ਇਕੱਠੇ ਬੋਲੋ ਤੁਸੀਂ, ਹੈ ਨਾ, ਤਾਂ ਹੀ ਉਹ ਵਿੱਚ ਆਵਾਜ਼ ਹੀ ਖਰਾਬ ਹੋ ਜਾਂਦੀ ਹੈ। ਸਰ ਮੇਰਾ ਸਰ MA ਸਕੁਅਰ ਆ ਰਿਹਾ ਕੱਲਾ। ਕਿਹੜੇ ਵਾਲਾ? ਏ ਦਾ ਕਿ ਉੱਪਰਲੇ ਦਾ? ਹਾਂਜੀ। ਉਹ ਦਾ ਕਿ ਏ ਦਾ ਬੱਚੇ? ਏ ਏ ਦਾ। ਚਲੋ ਦੇਖ ਲੈਂਦੇ ਆਪਾਂ। ਹੋਰ ਕਿਸੇ ਦਾ ਆਨਸਰ ਮਿਸਮੈਚ ਕਰ ਰਿਹਾ ਹੋ ਬੋਲ ਦਿਓ, ਆਪਾਂ ਉਸੇ ਟਾਈਪ ਦਾ ਚੈੱਕ ਕਰਾਂਗੇ। ਐਕਚੁਅਲ 'ਚ ਕੀ ਹੈ, ਤੁਹਾਨੂੰ ਪ੍ਰੈਕਟਿਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਦਾ ਆਨਸਰ ਕਿੰਨਾ ਕੁ ਬਣਨਾ ਚਾਹੀਦਾ, ਠੀਕ ਹੈ। ਤਾਂ ਆਪਣੇ ਕੋਲ ਹੁਣ ਲੌਜਿਕ ਕੀ ਹੈ, ਪੁਆਇੰਟ ਏ ਹੈ ਤਾਂ ਏ ਤੋਂ ਡਿਸਟੈਂਸ ਦੇਖਾਂਗੇ ABC ਦੇ। ਕਾਮਨ ਸੈਂਸ ਕੀ ਕਹਿੰਦੀ ਹੈ, ਪੁਆਇੰਟ ਏ ਦਾ ਏ ਤੋਂ ਡਿਸਟੈਂਸ ਕਿੰਨਾ ਹੋਊਗਾ? ਕਲੀਅਰ ਕਲੀਅਰ। ਬੀ ਦਾ ਏ ਤੋਂ ਡਿਸਟੈਂਸ ਕਿੰਨਾ ਹੈ? ਜੀ ਠੀਕ ਹੈ। ਡੀ ਦਾ ਕਿੰਨਾ ਹੈ? ਬਿਲਕੁਲ ਸਹੀ ਹੈ। ਸੀ ਦਾ? √2a ਯੈਸ। AC ਕੀ ਆਪਣੇ ਕੋਲ ਡਾਇਗਨਲ ਹੈ। ਡਾਇਗਨਲ ਕੀ ਹੈ ਆਪਣੇ ਕੋਲ? √2a। ਇਹੀ ਡਾਇਗਨਲ ਕਿਹਦੇ ਇਕੁਅਲ ਹੈ ਆਪਣੇ ਕੋਲ? BD ਦੇ ਇਕੁਅਲ ਵੀ ਹੈ, ਇੱਕੋ ਗੱਲ ਹੈ। ਤਾਂ ਕੀ ਬਣ ਜੂ? √2a। ਤਾਂ ਆਪਣੇ ਕੋਲ ਪਹਿਲੇ ਦੀ ਕੰਟਰੀਬਿਊਸ਼ਨ ਵੁੱਡ ਬੀ 0। ਸਰ ਦੁਬਾਰਾ ਸਮਝਾਈਓ। ਪੁਆਇੰਟ A ਤੋਂ ਡਿਸਟੈਂਸ ਕਿੰਨਾ ਹੈਗਾ A ਦਾ? ਫਾਈਮ ਤੁਸੀਂ ਦੱਸੋ ਬੱਚੇ। ਪੁਆਇੰਟ A ਤੋਂ ਡਿਸਟੈਂਸ ਕਿੰਨਾ A ਦਾ? 0 0। ਪੁਆਇੰਟ B ਦਾ ਡਿਸਟੈਂਸ ਕਿੰਨਾ ਹੈ ਪੁਆਇੰਟ A ਤੋਂ? ਏ ਬਿਲਕੁਲ ਸਹੀ ਹੈ। ਦੇਖ ਧਿਆਨ ਨਾਲ। D ਦਾ ਡਿਸਟੈਂਸ ਕਿੰਨਾ ਹੈ? ਸੀ ਦਾ ਸਰ D D D D ਫॉर ਡੌਗ। ਡੀ ਦਾ ਵੀ ਏ ਸਰ। ਬਿਲਕੁਲ ਸਹੀ ਹੈ। ਪੁਆਇੰਟ C ਦਾ ਡਿਸਟੈਂਸ A ਤੋਂ? ਸਰ A√2 A√2। ਫਿਰ ਉਹੀ ਪਾਇਆ ਆਪਾਂ ਨੇ, ਧਿਆਨ ਨਾਲ ਦੇਖੋ। ਬਸ ਹੋ ਗਿਆ ਸੋਲਵ। ਇਹ ਬਣ ਗਿਆ MA² 2MA² ਪਲੱਸ MA² ਕਿਹਦੇ ਇਕੁਅਲ ਬਣ ਜਾਊਗਾ? 4MA²। ਹੁਣ ਠੀਕ ਹੈ। ਹੁਣ ਕਲੀਅਰ ਸਾਰਿਆਂ ਨੂੰ ਜਿਨ੍ਹਾਂ ਨੂੰ ਕਨਫਿਊਜ਼ਨ ਸੀ? ਸਚਿਨ, ਪਲਕ, ਜਸ਼ਨ ਨੂੰ ਤਾਂ ਕਲੀਅਰ ਸੀ ਕਿਉਂਕਿ ਉਸਨੇ ਪਹਿਲਾਂ ਹੀ ਸਭ ਤੋਂ ਪਹਿਲਾਂ ਆਪ ਹੀ ਕੱਢਿਆ ਸੀਗਾ। ਅਨਮੋਲ ਹੋ ਰਿਹਾ ਬੱਚੇ? ਸਿਮਰਨ, ਸਨਾਕਸ਼ੀ, ਕੁਨਾਲ, ਤਿਸ਼ਾ? ਯੈਸ ਸਰ। क्लियर सर। ਚਲੋ ਗੁੱਡ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋ, ਜੋ ਆਪਣੇ ਕੋਲ IAA ਦੇ ਲੌਂਗ ਹੋਊ ਉਹ ਕਿਹਦੇ ਕਿਹਦੇ ਇਕੁਅਲ ਹੋਊ? ਕਾਮਨ ਸੈਂਸ ਉਨਾ ਹੀ ਮੂਵਮੈਂਟ ਆਫ ਇਨਰਸ਼ੀਆ ਕਿਹੜੇ ਕਿਹੜੇ ਐਕਸਿਸ ਦੇ ਦੁਆਲੇ ਹੋਊ? IBB ਬਿਲਕੁਲ ਸਹੀ ਹੈ। ICC ID IDD ਲਿਖ ਲਓ। ਬਿਲਕੁਲ ਸਹੀ ਹੈ। ਕਿਉਂ ਹੈ? ਕਿਉਂਕਿ ਸਿਮੈਟ੍ਰਿਕਲ ਹੈ। ਇੱਕ ਚੈਪਟਰ ਹੀ ਖਤਮ ਕਰ ਲਓ, ਚੱਜ ਨਾਲ ਕਰ ਲਿਓ, ਠੀਕ ਹੈ। ਚਾਹੇ ਮੇਰੇ ਤੋਂ 10 ਵਾਰ ਪੁੱਛ ਲਓ, ਕੋਈ ਚੀਜ਼ ਡਾਂਟੂਗਾ ਨਹੀਂ ਮੈਂ, ਬਾਰ-ਬਾਰ ਕਹਿੰਦਾ ਕੋਈ ਟੌਂਟ ਨਹੀਂ ਮਾਰਦਾ ਹੁੰਦਾ ਮੈਂ, ਬਟ ਮੇਰਾ ਪਰਪਸ ਹੁੰਦਾ ਤੁਸੀਂ ਰਿਵੀਜ਼ਨ ਪ੍ਰੈਕਟਿਸ ਕਰੋ, ਰਿਵੀਜ਼ਨ ਕਰੋ। ਹਾਂਜੀ ਬੱਚੇ। ਸਰ ਜਿਵੇਂ ਆਪਾਂ ਸਕੁਅਰ ਲਿਆ ਹੈ, ਜੇ ਸਕੁਅਰ ਨਾ ਹੋਵੇ ਰੈਕਟੈਂਗਲ ਹੋਵੇ ਫਿਰ ਤਾਂ ਅਲੱਗ-ਅਲੱਗ ਹਾਂ ਹੋਣਗੇ। ਬਿਲਕੁਲ ਸਹੀ ਹੈ। ਜੇ ਮਾਸਿਸ ਡਿਫਰੈਂਟ ਹੈ ਫਿਰ ਡਿਫਰੈਂਟ ਹੋ, ਰੈਕਟੈਂਗਲ ਦਾ ਵੀ ਡਿਫਰੈਂਟ ਹੋ। ਬਿਲਕੁਲ ਸਹੀ ਹੈ ਬੱਚੇ, ਡਿਫਰੈਂਟ ਹੋਣਗੇ। ਇਹ ਆਪਾਂ ਨੇ ਇੱਕ ਸਿਮੈਟ੍ਰਿਕ ਸਿਸਟਮ ਲਿੱਤਾ ਜਿਸ ਚ ਮਾਸਿਸ ਇਕੁਅਲ ਹੈ ਤੇ ਸਕੁਅਰ ਹੈ, ਜਿਸ ਚੱਕਰ ਚ ਇਕੁਅਲ ਹੈ ਕਿਉਂਕਿ ਆਪਾਂ ਨੇ ਹਲੇ ਸਟਾਰਟਿੰਗ ਕੁਐਸਚਨ ਕੀਤੇ ਹੈ ਨਾ। ਸਟਾਰਟਿੰਗ ਚ ਮੈਂ ਤੁਹਾਨੂੰ ਕੰਪਲੀਕੇਟ ਚੀਜ਼ ਪਾ ਦੂੰਗਾ, ਉਹੀ ਕਮਲੇ ਹੋ ਜਾਓਗੇ। ਬੇਸਿਕ ਚੀਜ਼ ਲਿੱਤੀ ਹੈ, ਜਲਦੀ ਕਲੀਅਰ ਹੋ ਰਿਹਾ। ਐਗਜ਼ਾਮ ਚ ਵੀ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ, ਉਹ ਕੋਈ ਤਗੜੀ ਨਹੀਂ ਚੀਜ਼ ਪੁੱਛਦੇ ਹੁੰਦੇ। ਟੀਚਰ ਵੀ ਤੁਹਾਡੇ ਕੋਈ ਇੰਨੇ ਤਗੜੇ ਨਹੀਂ ਹੈਗੇ ਜਿਹੜੇ ਸਕੂਲ ਵਾਲੇ ਕਰਾ ਦੇਣ। ਚਲੋ ਪੁਆਇੰਟ ਕਲੀਅਰ ਸਾਰਿਆਂ ਨੂੰ? यस ਹੁਣ ਮੈਂ ਇੱਕ ਦੋ ਚੀਜ਼ਾਂ ਦੱਸੂਗਾ, ਸੁਣੀ ਚੱਲਿਓ। ਆਨਸਰ ਤੁਹਾਡੇ ਕੋਲ ਹੈਗੇ ਆ, ਮੇਰੇ ਕੋਲ ਆਨਸਰ ਤਾਂ ਹੈ ਨਹੀਂ। ਜੇ ਮੈਨੂੰ ਯਾਦ ਰਿਹਾ ਠੀਕ ਹੈ, ਨਹੀਂ ਤਾਂ ਮੇਰੇ ਕੋਲ ਆਨਸਰ ਨਹੀਂ ਹੈ ਇਹਨਾਂ ਦੇ ਕਿਉਂਕਿ ਮੈਂ ਮਿਟੇ ਚੁੱਕਿਆ। ਜੇ ਆਪਾਂ ਨੇ ਪੁਆਇੰਟ A ਚੋਂ ਕੱਢਣਾ ਹੈ ਤਾਂ ਇਸ ਨੂੰ ਮੈਂ ਲਿਖ ਸਕਦਾ ਮੂਵਮੈਂਟ ਆਫ ਇਨਰਸ਼ੀਆ ਆਫ ਬੋਡੀ ਅਬਾਊਟ ਪੁਆਇੰਟ O। ਹੁਣ ਲੌਜਿਕ ਸਮਝੋ, ਚਾਰ ਬੋਡੀਜ਼ ਆਪਣੇ ਕੋਲ ਸ਼ੋ ਹੋ ਰਹੀਆਂ ਨੇ A B C D ਤੇ C, ਸਾਰਿਆਂ ਨੂੰ ਵਿਜ਼ੀਬਲ ਹੈ। ਚਾਰਾਂ ਦੇ ਮਾਸ ਕਿੰਨੇ ਹੈ? M। ਚਾਰ ਬੋਡੀਜ਼ ਦਾ ਮੂਵਮੈਂਟ ਸੈਂਟਰ ਆਫ ਮਾਸ ਕਿੱਥੇ ਹੋ? ਚਾਰੇ ਬੋਡੀਜ਼ ਦਾ ਸੈਂਟਰ ਆਫ ਮਾਸ ਕਿੱਥੇ ਹੋ? ਬਿਲਕੁਲ ਸਹੀ ਹੈ। ਕੀ ਪੁਆਇੰਟ O ਕਿਸੇ ਵੀ ਬੋਡੀ ਉੱਤੇ ਲਾਈ ਕਰ ਰਿਹਾ ਹੈ?
नो सर। नहीं, इट मीन्स सेंटर ऑफ मास कैन लाई आउटसाइड द बॉडी। पिछले क्वेश्चन कराई ਸੀ 5.1 ਚ ਜਿਹੜੇ ਆਪਾਂ ਨੇ ਪਿੱਛੇ ਕੰਮ ਕੀਤਾ ਹੋਇਆ ਹੈ, ਜਿਹਦੀ ਮੈਂ ਕਹਿੰਦਾ ਸੀ ਐਗਜ਼ਾਮਪਲਸ ਬਾਅਦ ਚ ਕਰਾਂਗੇ, ਕਲੈਰੀਫਾਈ ਹੋਊਗਾ। ਇਹ ਹੌਲੀ ਹੌਲੀ ਕਰਦੇ ਕਰਦੇ ਤੁਹਾਨੂੰ ਚੀਜ਼ਾਂ ਦੀ ਐਗਜ਼ਾਮਪਲਸ ਦਿਖਣਗੀਆਂ। ਆਪਣੇ ਕੋਲ 4 ਮਾਸਿਸ ਨੇ, ਬਟ ਸੈਂਟਰ ਆਫ ਮਾਸ ਕੀ ਹੈ? ਆਊਟਸਾਈਡ ਦਾ ਬॉडी ਹੈ, ਠੀਕ ਹੈ। ਤਾਂ ਆਊਟਸਾਈਡ ਦਾ ਬॉडी ਐਗਜ਼ਿਸਟ ਕਰ ਸਕਦਾ ਹੈ। ਤੇ ਇਹਦਾ ਇੱਕ ਲੌਜੀਕ ਹੈ ਕਿ IAA ਨੂੰ ਕੱਢਣ ਦਾ ਇੱਕ ਮੈਥਡ ਹੈ ਕਿ ਇਸ ਨੂੰ ਲਿਖ ਸਕਦੇ ਹਾਂ ਸੈਂਟਰ ਆਫ ਮਾਸ ਦੇ ਅਬਾਊਟ ਮੂਵਮੈਂਟ ਆਫ ਇਨਰਸ਼ੀਆ ਪਲਸ ਟੋਟਲ ਮਾਸ ਆਫ ਦਾ ਬॉडी ਇਨਟੂ h ਸਕੁਅਰ। ਇਹ ਆਪਣੇ ਕੋਲ ਹੈ ਟੋਟਲ, ਨਾਲਾ ਨੋਟ ਕਰੀ ਚੱਲੋ, ਮਾਸ ਆਫ ਬॉडी। ਹੁਣ ਮੈਂ ਪਹਿਲਾਂ ਦੱਸਦਾ, ਦੋ ਆਰਟੀਕਲ ਨੇ, ਇੱਕ ਆਰਟੀਕਲ ਹੈ ਪਰਪੈਂਡੀਕੂਲਰ ਐਕਸਿਸ ਥਿਓਰਮ, ਇੱਕ ਆਰਟੀਕਲ ਹੈ ਪੈਰਲਲ ਐਕਸਿਸ ਥਿਓਰਮ। ਦੋਨੇ 5-5 ਨੰਬਰ ਦੇ ਨੇ, ਦੋਨੇ ਥਿਓਰੈਟੀਕਲ ਨੇ, ਦੋਨੇ ਟੇਢੇ ਮੇਢੇ ਨੇ। ਜੇ ਤੁਸੀਂ ਇਸ ਕੁਐਸਚਨ ਦੇ ਰੈਫਰੈਂਸ ਚ ਉਸ ਨੂੰ ਸਮਝ ਲਿਆ, ਤੁਹਾਡੇ ਲਈ ਚੁਟਕਿਆਂ ਦਾ ਗੱਲ ਕੰਮ ਰਹਿ ਜਾਊਗਾ, ਸੀਰੀਅਸਲੀ ਕਹਿ ਰਿਹਾ। ਤੇ ਕੈਪੀਟਲ M ਕੀ ਹੈ? ਟੋਟਲ ਮਾਸ ਆਫ ਦਾ ਬॉडी। H ਕੀ ਆਪਣੇ ਕੋਲ? ਸਰ ਆ ਕਿਵੇਂ ਆਈ ਇਕੁਏਸ਼ਨ ਸਮਝ ਨਹੀਂ ਆਈ। ਦੱਸ ਰਿਹਾ, ਸੁਣੀ ਚੱਲੋ। H ਕੀ ਆਪਣੇ ਕੋਲ ਲਿਖਾਂਗੇ ਆਪਾਂ ਪਰਪੈਂਡੀਕੂਲਰ ਡਿਸਟੈਂਸ ਬਿਟਵੀਨ ਸੈਂਟਰ ਆਫ ਮਾਸ ਐਂਡ ਐਕਸਿਸ ਆਫ ਰੋਟੇਸ਼ਨ। ਤੁਸੀਂ ਨੋਟ ਕਰੀ ਚੱਲੋ, ਇੱਕ ਵਾਰ ਇਹਨੂੰ ਕੰਪਲੀਟ ਕਰਨ ਤੋਂ ਫਿਰ ਪੁੱਛ ਲਿਓ ਜੇ ਡਾਊਟ ਹੋਇਆ, ਦੁਬਾਰਾ ਰਿਪੀਟ ਕਰ ਦੋ। ਤਾਂ ਆਪਣੇ ਕੋਲ ਕਹਿੰਦਾ ਕਿ ਅਬ ਸਿਸਟਮ ਕੀ ਕਹਿੰਦਾ ਕਿ ਜੇ ਆਪਾਂ ਨੇ ਪੁਆਇੰਟ A ਤੇ ਕ੍ਰਾਸ ਫਾਈਂਡ ਕਰਨਾ ਹੈ, ਠੀਕ ਹੈ, ਤਾਂ ਆਪਾਂ ਉਸ ਨੂੰ ਕਿਹਦੇ ਕੋਲ ਲਿਖਾਂਗੇ? ਉਸ ਨੂੰ ਲਿਖਾਂਗੇ ਇਟ ਇਜ਼ ਸਮ ਆਫ movement of inertia of the body about center of mass, that is represented by IO, plus product of total mass of the body and square of distance between their centers। मतलब O ਤੋਂ ਲੈ ਕੇ A ਤੱਕ ਦਾ distance, perpendicular distance, ਉਹ distance ਜਿਹੜਾ ਦੋਨੇ axis ਨਾਲ 90 ਡਿਗਰੀ ਬਣਾਵੇ। ਫੋਰ ਐਗਜ਼ਾਮਪਲ ਆ ਬॉडी ਹੈ, ਸਾਰਿਆਂ ਨੂੰ ਵਿਜ਼ੀਬਲ ਹੈ, ਇਸ ਦੇ ਵਿਚਕਾਰਲਾ O ਹੈ, ਠੀਕ ਹੈ, ਤੇ ਇੱਥੇ ਕੀ ਹੈ? ਪੁਆਇੰਟ A ਹੈ। ਤਾਂ ਧਿਆਨ ਨਾਲ ਦੇਖੋ, ਜਿਹੜਾ ਆ ਵਾਲਾ ਡਿਸਟੈਂਸ ਹੋਊਗਾ, ਆ ਬੁੱਕ ਵਾਲਾ ਇੰਨਾ ਕੁ ਡਿਸਟੈਂਸ, ਆਹ ਇਹ ਦੋਨੇ ਇਸ ਬੁੱਕ ਦੇ ਨਾਲ ਕਿੰਨੇ ਐਂਗਲ ਤੇ ਹੈ? 90 ਡਿਗਰੀ ਤੇ ਹੈ। ਤਾਂ ਐਕਸਿਸ ਕੀ ਹੈ? ਇਸ ਡਿਸਟੈਂਸ ਨਾਲ ਕੀ ਹੈ? 90 ਡਿਗਰੀ ਹੈ, ਪਰਪੈਂਡੀਕੂਲਰ ਡਿਸਟੈਂਸ ਹੈ। ਦੁਬਾਰਾ ਸੁਣ ਲਓ, ਉਹ ਕਹਿੰਦਾ ਕਿ ਜੇ ਆਪਾਂ ਨੇ IAA ਫਾਈਂਡ ਕਰਨਾ, ਉਹ ਕਿਹਦੇ ਇਕੁਅਲ ਹੋਊਗਾ? ਉਹ ਹੋਊਗਾ ਸਮ ਆਫ ਮੂਵਮੈਂਟ ਆਫ ਇਨਰਸ਼ੀਆ ਆਫ ਬॉडी about center of mass, that is represented by IO, plus product of mass, total mass of the body into square of perpendicular distance between center of mass and axis of rotation। कुछ समझ आया? ਸਰ IA ਪਹਿਲਾਂ ਫਾਈਂਡ ਤਾਂ ਕਰ ਲਿਆ ਬਿਲਕੁਲ ਫਿਰ ਬੱਚੇ, IA ਆਪਾਂ ਨੇ ਜਿਵੇਂ ਫਾਈਂਡ ਕੀਤਾ, ਆਪਾਂ ਨਵੇਂ ਰੂਲ ਚੇਂਜ ਕਰਕੇ ਫਾਈਂਡ ਕਰਦੇ ਹਾਂ ਕੀ ਆਨਸਰ ਸੇਮ ਆਂਦਾ ਕਿ ਨਹੀਂ। IA ਆਪਾਂ ਨੇ ਐਵੇਂ ਫਾਈਂਡ ਕੀਤਾ। ਫਿਜ਼ਿਕਸ ਤੇ ਮੈਥ ਦੀ ਖਾਸੀਅਤ ਹੁੰਦੀ ਹੈ, ਇੱਕ ਚੀਜ਼ ਨੂੰ ਕਰਨ ਦੇ 4-5 ਮੈਥਡ ਹੋਣਗੇ, ਠੀਕ ਹੈ। ਜਿਹੜਾ ਆਪਣੇ ਸਿਲੇਬਸ ਤੋਂ ਆਪਾਂ ਨੂੰ ਡਿਸਕਸ ਕਰਨਾ ਪਊਗਾ, ਤਾਂ ਆਪਾਂ ਉਸ ਨੂੰ ਰਿਲੇਟ ਕਰ ਰਹੇ ਹਾਂ। ਤਾਂ ਆਪਣੇ ਕੋਲ ਇਹ ਇੱਕ ਲੌਜੀਕ ਹੁੰਦਾ, ਇੱਕ ਥਿਊਰਮ ਹੁੰਦੀ ਹੈ, ਇੱਕ ਫਾਰਮੂਲਾ ਹੁੰਦਾ ਹੈ। ਆਈ ਹੋਪ ਤੁਸੀਂ ਨੋਟ ਕਰ ਲਿਆ ਹੋਊਗਾ। IO ਚੈੱਕ ਕਰਕੇ ਦੱਸੋ ਕਿੰਨਾ ਆਇਆ ਸੀ, ਮੈਨੂੰ ਯਾਦ ਨਹੀਂ ਹੈ। 2ma square। ਚਲੋ ਗੁੱਡ, ਯਾਦ ਹੈ ਸਾਰਿਆਂ ਨੂੰ। ਪਲੱਸ ਟੋਟਲ ਮਾਸ ਕਿੰਨਾ ਬॉडी ਦਾ? ਕਿੰਨੇ ਮਾਸਿਸ ਹੈ? 4m ਹੈ। ਤੇ H ਕੀ ਹੈ ਇੱਥੇ? ਪੁਆਇੰਟ A ਤੇ O ਦੇ ਵਿਚਕਾਰ, ਤਾਂ AO ਸਕੁਅਰ ਲਿਖ ਸਕਦੇ ਹਾਂ। ਕਲੀਅਰ? ਇਹ ਬਣ ਜੂ 2ma ਸਕੁਅਰ ਪਲੱਸ 4m। AO ਕਿੰਨਾ ਆਪਣੇ ਕੋਲ? A/√2 ਦਾ ਸਕੁਅਰ, ਕਿੰਨਾ ਬਣ ਜੂ? 2ma ਸਕੁਅਰ ਪਲੱਸ 4m A ਸਕੁਅਰ ਬਾਈ 2। ਇਹ 2 ਰਹਿ ਜੂਗਾ, ਇਹ ਬਣ ਗਿਆ 4ma ਸਕੁਅਰ। ਕੀ ਆਂਸਰ ਸੇਮ ਆ ਰਿਹਾ? ਉੱਪਰ ਵੀ 4ma ਸਕੁਅਰ ਸੀ, ਇੱਥੇ ਵੀ 4ma ਸਕੁਅਰ ਸੀ, ਮਤਲਬ ਇਹ ਹੈ ਕਿ ਆਂਸਰ ਸੇਮ ਆਊਗਾ। ਇਸ ਥਿਊਰਮ ਨੂੰ ਕੀ ਕਹਿੰਦੇ ਆਪਾਂ? ਪੈਰਲਲ ਐਕਸਿਸ ਥਿਊਰਮ। ਹੁਣ ਧਿਆਨ ਨਾਲ ਦੇਖੋ, ਪੁਆਇੰਟ A ਤੇ O ਆਪਸ ਚ ਪੈਰਲਲ ਨੇ। ਜੇ ਮੈਂ ਪੁਆਇੰਟ A ਤੇ ਇੱਕ ਐਕਸਿਸ ਰੱਖਦਾ ਐਵੇਂ ਕਰਕੇ, ਪੁਆਇੰਟ O ਤੇ ਇੱਕ ਐਕਸਿਸ ਰੱਖਦਾ, ਮਤਲਬ ਆਪਣੇ ਕੋਲ ਇਹ ਕੀ ਆਪਣੇ ਕੋਲ A ਪੁਆਇੰਟ ਇੱਥੇ ਹੈ, O ਪੁਆਇੰਟ ਇੱਥੇ ਹੈ, ਤਾਂ ਦੋਨੇ ਆਪਸ ਚ ਕੀ ਹੋਣਗੇ? ਦੋਨੇ ਆਪਸ ਚ ਕੀ ਹੋਣਗੇ? ਐਕਸਿਸ पैरेलल ने। एक एक्सिस ए हो गया, दूसरा एक्सिस ए हो गया, दोनों आपस की हैं पैरेलल ने। इसका चक्कर जिसਨੂੰ कहना है पैरेलल एक्सिस थ्योरम। लॉजिक क्लियर सारिਆਂ ਨੂੰ? ਫਾਰਮੂਲਾ ਕਿਵੇਂ ਅਪਲਾਈ ਕੀਤਾ, ਕਲੀਅਰ ਹੈ? ਹਾਂਜੀ। ਨੋ ਸਰ, ਪਤਾ ਨਹੀਂ ਲੱਗਿਆ ਕਿ ਇਹ ਵਾਲਾ ਫਾਰਮੂਲਾ ਅਪਲਾਈ ਕੀਤਾ ਹੈ, ਕਿਵੇਂ ਅਪਲਾਈ ਕੀਤਾ। ਕੈਲਕੂਲੇਸ਼ਨ ਤਾਂ ਹੋ ਗਈ। ਕੈਲਕੂਲੇਸ਼ਨ ਹੋ ਗਈ? सर ये सब ਹਾਂਜੀ सर पर इसका कांसेप्ट पता लग गया अभी। सोचो ना 2 मिनट, ਮੈਨੂੰ ਇਸ ਪੁਆਇੰਟ ਤੇ ਲੱਭਣ ਦੋ, ਮੈਨੂੰ ਕੋਈ ਹੋਰ ਪੁਆਇੰਟ, ਕਿਉਂਕਿ ਸਿਮੈਟ੍ਰਿਕ ਨੇ
ए बी बी सी सी डी डी सेम होगा अपने कोल एक और करते हैं आप नोट हो गया ना सारे ਦਾ सर नोट हो गया सारे ਦਾ सर यस सर बस ठीक है हाँ जी फाइम ਸਰ ਜਿਵੇਂ ਆਪਾਂ ਨੇ ਆਈਏ ਫਾਈਂਡ ਕੀਤਾ ਹੁਣੇ ਆਵਲੇ ਸਰ ਨਿਊ ਮੈਥਡ ਨਾਲ ਸਰ ਉਵੇਂ ਆਈ ਬੀ ਬੀ ਸੀ ਸੀ ਡੀ ਵੀ सेम है ਡੀ ਡੀ सेम ਐਵੇਂ ਫਾਈਂਡ सेम होंगे ताई तो मैं सोच रहा ਸੀ डिफरेंट एग्जांपल देवा ਤਾਂ ਆਪਣੇ ਕੋਲ ਇੱਕ ਐਕਸਿਸ ਲੈ ਲਿਆ ਲੈਟਸ ਸੇ ਆ O ਚੋਂ ਪਾਸ ਕਰ ਰਿਹਾ ਇਸ ਨੂੰ ਆਪਾਂ ਕੁਝ ਵੀ x y ਲੈਟ ਕਰ ਲਿਆ ਇਸ ਨੂੰ x ਐਕਸਿਸ ਕਹਿ ਲਿਆ ਇਸ ਨੂੰ y ਐਕਸਿਸ ਕਹਿ ਲਿਆ डायग्राम सारे ਨੂੰ क्लियर है y वर्टिकल एक्सिस ले लिया x हॉरिजॉन्टल एक्सिस ले लिया क्या तुसी ix ਦੀ ਵੈਲਿਊ ਫਾਈਂਡ ਕਰ ਸਕਦੇ ਹੋ ਕਰੋ ਸੋਲਵ ਸਾਰੇ iy ਕੱਟੋ ਫਾਰਮੂਲਾ ਸੇਮ ਲੈਣਾ ਹੈ m1 r1 ਸਕੁਅਰ m2 r2 ਸਕੁਅਰ ਐਂਡ ट्राई करो थोड़ा स्पीड ਤੇ ਕਰਨ ਦੀ 7 ਵਜੇ ਤੱਕ ਮੈਨੇ ਕਰਾਣਾ ਹੁੰਦਾ ਨੈਕਸਟ ਕਲਾਸ ਹੁੰਦੀ ਹੈ ਮੇਰੀ मैंने आ टॉपिक कंप्लीट करना है x ਦੀ ਵੈਲਿਊ ਦੇਖੋ ਕਿੰਨੀ ਆਂਦੀ ਹੈ ਮੈਂ ਸਿਰਫ ਵੈਲਿਊਜ਼ ਪੁੱਟ ਕਰ ਰਿਹਾ डिस्टेंस ਤੁਸੀਂ ਆਪਣਾ ਸੋਚੋਗੇ देखिए केड़ा पहला आंसर करता है सर ए स्क्वायर एम आ रहा है आंसर आया किसी का ए स्क्वायर एम स्क्वायर मतलब हर एक डिस्टेंस की बनू अच्छे a/2 बनूगा सारे ਨੂੰ क्लियर ਤਾਂ a/2 1/4 ਇੱਥੇ ma ਸਕੁਅਰ ਬਣੂਗਾ ਤੁਹਾਡਾ ਕਿੰਨਾ ਬਣ ਰਿਹਾ सर इन्ना ही बन रहा ਸਾਰਿਆਂ ਦਾ ਹੀ यस ਨੋਟ ਹੋ ਗਿਆ ਸਰ ਇੱਕ ਵਾਰ Sir, ਫਸਟ ਵਾਲਾ ਮੇਰਾ ਸਮਝਾਇਆ ਤਾਂ- ਸੀ ਨਾ ਆਈਐਕਸ ਇੱਥੇ ਦੇਖੋ CO ਦੁਬਾਰਾ ਦੱਸ ਰਿਹਾ ਸੁਣ ਲਓ ਚੁੱਪਚਾਪ ਇਕੱਠੇ ਨਾ ਬੋਲਿਆ ਕਰੋ ਇੱਕ ਬੰਦਾ ਬੋਲਿਆ ਕਰੋ x ਐਕਸਿਸ ਤੋਂ ਆ x ਐਕਸਿਸ ਹੈ ਇਸ ਤੋਂ ਪੁਆਇੰਟ A ਦਾ ਡਿਸਟੈਂਸ ਕਿੰਨਾ ਹੈ a/2 ਦਿਖ ਰਿਹਾ ਸਾਰਿਆਂ ਨੂੰ ਦਿਖ ਰਿਹਾ ਸਾਰਿਆਂ ਨੂੰ A ਪੁਆਇੰਟ ਦਾ x ਐਕਸਿਸ Yes, ਤੋਂ sir. ਡਿਸਟੈਂਸ ਕਿੰਨਾ ਹੈ a/2 B ਦਾ ਕਿੰਨਾ ਹੈ ਉਹ ਵੀ a/2 ਹੋਊਗਾ ਪਰਪੈਂਡੀਕੂਲਰ ਡਿਸਟੈਂਸ ਕਿੰਨਾ ਹੈ C ਦਾ ਵੀ ਕਿੰਨਾ ਹੋ ਜੂ a/2 D ਦਾ ਵੀ ਕਿੰਨਾ ਹੋ ਗਿਆ a/2 ਕਲੀਅਰ ਤਾਂ ਸਾਰੇ ਡਿਸਟੈਂਸ ਕਿੰਨੇ ਹੋ ਗਏ a/2 ਸਿਮਿਲਰਲੀ y ਐਕਸਿਸ ਤੋਂ ਵੀ ABCD ਦਾ ਡਿਸਟੈਂਸ ਕਿੰਨਾ ਹੈ a/2 ਹੀ ਹੋਊਗਾ ਧਿਆਨ ਨਾਲ ਦੇਖੋ ਆਹ ਵਾਲਾ ਡਿਸਟੈਂਸ ਆਹ ਵਾਲਾ ਡਿਸਟੈਂਸ क्वेश्चन ਹਾਂਜੀ ਆ ਗਿਆ ਸਰ ਸਮਝ ਬਾਕੀਆਂ ਨੂੰ ਸਰ ਜਿਹੜਾ ਐਕਸ ਐਕਸਿਸ ਹੈ ਸਰ ਉਹ O ਤੇ ਵੀ ਟੱਚ ਕਰ ਰਿਹਾ ਹੈ ਕੋਈ ਜੇ ਚੱਕਰ ਨਹੀਂ ਆਪਾਂ ਕਰਨ O ਦਿਓ। ਤੋਂ A ਦਾ Planar distance axis ਹੈ। y ਉਹ ਤੋਂ ਕਿਉਂ ਲੈਣਾ ਬੱਚੇ ਆਪਣੇ ਕੋਲ ਪਰਪੈਂਡੀਕੂਲਰ ਡਿਸਟੈਂਸ ਧਿਆਨ ਨਾਲ ਦੇਖ ਜੇ y ਐਕਸਿਸ ਦੀ ਗੱਲ ਕਰਾਂ y ਤੋਂ ਆਹ ਡਿਸਟੈਂਸ ਹੈ ਪਰਪੈਂਡੀਕੂਲਰ O ਨਾਲ A ਤਾਂ 45 ਡਿਗਰੀ ਨਹੀਂ ਬਣਾ ਰਿਹਾ ਫਿਰ ਐਕਸਿਸ ਆਫ ਰੋਟੇਸ਼ਨ ਦੇਖੋ y ਐਕਸਿਸ ਹੈ y ਐਕਸਿਸ ਦਾ ਮਿਨੀਮਮ ਡਿਸਟੈਂਸ ਕਿੰਨਾ ਹੈ a/2 ਕਲੀਅਰ ਸਰ ਕਲੀਅਰ ਹੁਣ ਮੈਂ ਇਸ ਨੂੰ ਗਾਇਬ ਕਰ ਰਿਹਾ ਕਿਉਂਕਿ ਮੈਨੇ ਇੱਥੇ ਤੁਹਾਨੂੰ ਦੁਬਾਰਾ ਪੈਰਲਲ ਪਰਪੈਂਡੀਕੂਲਰ ਦੱਸਣਾ ਥੋੜਾ ਜਿਹਾ ਤਾਂ ਆਪਣੇ ਕੋਲ ਕੀ ਆ ਗਿਆ i x ਕਿਹਦੇ ਇਕੁਅਲ ਬਣ ਗਿਆ i y ਦੇ ਕਿਹਦੇ ਇਕੁਅਲ ਹੋ ਗਿਆ ma ਸਕੁਅਰ ਜੇ ਮੈਂ ਧਿਆਨ ਨਾਲ ਦੇਖੋ ਇੱਥੇ x ਐਕਸਿਸ ਸਾਰਿਆਂ ਨੂੰ ਵਿਜ਼ੀਬਲ ਹੈ ਨਾ ਕਿਹੜਾ ਹੈ ਦਿਸ ਇਜ਼ x ਐਕਸਿਸ
ਜੇ ਮੈਨੇ ਆਈ ਸੀ ਡੀ ਦੀ ਵੈਲਿਊ ਕੱਢਣੀ ਹੈ ਤਾਂ ਮੈਂ ਕਿਵੇਂ ਕਰੂੰਗਾ? ਇੱਕ ਐਕਸਿਸ ਪਾਸ ਕਰੂਗਾ ਸੈਂਟਰ ਆਫ ਮਾਸ ਤੋਂ। ਸੈਂਟਰ ਆਫ ਮਾਸ ਤੋਂ ਕਿਹੜਾ ਐਕਸਿਸ ਪਾਸ ਕਰ ਰਿਹਾ? ਐਕਸ ਐਕਸਿਸ ਪਾਸ ਕਰ ਰਿਹਾ, ਜਿਹੜਾ ਸੀ ਡੀ ਦੇ ਪੈਰਲਲ ਹੈ। ਐਕਸ ਹੁਣ ਸੀ ਡੀ ਦੇ ਪੈਰਲਲ ਦਿਖ ਰਿਹਾ ਸਾਰਿਆਂ ਨੂੰ? ਐਕਸ ਐਕਸਿਸ ਸੀ ਡੀ ਦੇ ਪੈਰਲਲ ਦਿਖ ਰਿਹਾ ਹੈ? ਯੈਸ ਸਰ। ਗੁੱਡ। ਯੈਸ ਸਰ। ਤਾਂ ਆਪਣੇ ਕੋਲ ਆਈ ਸੀ ਡੀ ਕਿਹਦੇ ਇਕੁਅਲ ਹੋ ਜਾਊਗਾ? ਇੱਕ ਐਕਸਿਸ ਹੋ ਜਾਊਗਾ ਜਿਹੜਾ ਸੈਂਟਰ ਆਫ ਮਾਸ ਤੋਂ ਪਾਸ ਕਰੂ, ਦੈਟ ਇਜ਼ O ਤੋਂ। ਉਹ ਕਿਹੜਾ ਹੈਗਾ? ਐਕਸ ਐਕਸਿਸ ਪਲੱਸ m ਇੰਟੂ ਐਚ ਸਕੇਅਰ। m ਕੀ ਹੈ? ਟੋਟਲ ਮਾਸ ਆਫ ਦਾ ਬੋਡੀ। h ਕੀ ਹੈ? ਐਕਸ ਐਕਸਿਸ ਤੇ ਸੀ ਡੀ ਦੇ ਵਿਚਕਾਰਲਾ ਡਿਸਟੈਂਸ, ਦੋ ਐਕਸਿਸ ਦੇ ਵਿਚਕਾਰਲਾ ਡਿਸਟੈਂਸ। ਆਈ ਐਕਸ ਕਿੰਨਾ ਸੋਲਵ ਕਰਤਾ ਹੈ? ma ਸਕੇਅਰ। ਟੋਟਲ ਬੋਡੀ ਦਾ ਮਾਸ ਕਿੰਨਾ ਹੈ? ਹਾਂਜੀ ਫਾਰਮੂਲਾ ਹੈ। ਉਹੀ ਫਾਰਮੂਲਾ ਬੱਚੇ, ਟੋਟਲ ਮਾਸ ਬੋਡੀ ਦਾ 4m। ਹਾਂਜੀ ਸਰ ਇਹ ਸਮਝ ਨਹੀਂ ਆਉਂਦੀ ਅਪਲਾਈ ਕਿਵੇਂ ਕਰਨਾ ਹੈ, ਕੀ ਆਨਸਰ ਕਿਵੇਂ ਆਏ, ਪਰ ਸਰ ਇਸਦਾ ਲੌਜਿਕ ਯਾਰ ਨਹੀਂ ਸਮਝ ਆਇਆ ਸਰ, ਕੀ ਕਨਸੈਪਟ ਨਹੀਂ ਪਤਾ ਲੱਗਿਆ ਸਰ, ਕੀ ਹਿਸਾਬ ਲਗਾ ਕੇ ਫਾਰਮੂਲਾ ਦਿਖ ਰਿਹਾ? ਹਾਂਜੀ ਸਰ। ਅਪਲਾਈ ਕਰਨਾ ਆ ਗਿਆ? ਹਾਂਜੀ ਸਰ। ਬਸ ਫਿਰ ਚੁੱਪ ਹੋ ਜਾਓ, ਕਿਉਂਕਿ ਮੈंने क्या 5 ਨੰਬਰ ਦਾ ਆਰਟੀਕਲ ਕਰਾਤਾ। क्या ਆਪਣੇ ਕੋਲ ਪਹਿਲਾਂ ਵੀ ਸੀ ਡੀ ਦੀ ਵੈਲਿਊ ਨਹੀਂ ਆ ਰਹੀ ਸੀ? ਸਭ ਤੋਂ ਪਹਿਲਾਂ ਸੋਲਵ ਕੀਤਾ ਸੀਗਾ, ਚੈੱਕ ਕਰੋ। ਮੇਰੇ ਕੋਲ ਤਾਂ ਲਿਖਿਆ ਨਹੀਂ, ਤੁਹਾਡੇ ਕੋਲ ਲਿਖਿਆ ਹੋਊਗਾ। ਯੈਸ ਇਹੀ ਆ ਰਹੀ ਸੀ ਨਾ, ਤਾਂ ਆਪਣੇ ਕੋਲ ਆਨਸਰ Yes, ਇਹੀ, sir. ਆਨਸਰ ਸਹੀ ਹੈ। ਤਾਂ ਆਪਾਂ ਨੂੰ ਫਾਰਮੂਲਾ ਕੀ ਕਹਿੰਦਾ ਹੈ ਕਿ ਜੇ ਆਪਾਂ ਨੇ ਕਿਸੇ ਵੀ ਐਕਸਿਸ ਦੇ ਦੁਆਲੇ, ਸੁਣ ਲਓ ਸਟੇਟਮੈਂਟ, ਜੇ ਆਪਾਂ ਨੇ ਬੋਡੀ ਦੇ ਕਿਸੇ ਵੀ ਐਕਸਿਸ ਦੇ ਦੁਆਲੇ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਕਰਨਾ ਹੈ, ਮਤਲਬ ਆਪਾਂ ਨੇ ਸੀ ਡੀ ਦੇ ਫਾਈਂਡ ਕਰਨਾ ਹੈ, ਉਹ ਕਿਹਦੇ ਇਕੁਅਲ ਹੋਊਗਾ? ਉਹ ਹੋਊਗਾ ਇਕੁਅਲ ਮੂਵਮੈਂਟ ਆਫ ਇਨਰਸ਼ੀਆ ਆਫ ਬੋਡੀ ਅਬਾਊਟ ਐਕਸਿਸ ਪਾਸਿੰਗ ਥਰੂ ਸੈਂਟਰ ਪੈਰਲਲ ਟੂ ਸੀ ਡੀ। ਦਿਖ ਰਿਹਾ? ਮੂਵਮੈਂਟ ਆਫ ਇਨਰਸ਼ੀਆ ਆਫ ਬੋਡੀ, ਸਾਰੀ ਬੋਡੀ ਐਕਸ ਐਕਸਿਸ ਦੇ ਦੁਆਲੇ ਜੋ ਸੈਂਟਰ ਆਫ ਮਾਸ ਤੋਂ ਪਾਸ ਕਰੂ, ਪਲੱਸ ਪ੍ਰੋਡਕਟ ਆਫ ਮਾਸ, ਟੋਟਲ ਮਾਸ ਇਨਟੂ ਸਕੇਅਰ ਆਫ ਪਰਪੈਂਡੀਕੂਲਰ ਡਿਸਟੈਂਸ। ਕਿਉਂਕਿ ਆਪਾਂ ਐਮ ਆਰ ਸਕੇਅਰ ਕਿਹਾ ਨਾ ਸਭ ਤੋਂ ਸਟਾਰਟਿੰਗ 'ਚ, ਤਾਂ ਐਮ ਐਚ ਸਕੇਅਰ ਆਊਗਾ। ਐਚ ਕੀ ਹੋ ਜਾਊਗਾ? ਦੋ ਐਕਸਿਸ ਦੇ ਵਿਚਕਾਰਲਾ ਡਿਸਟੈਂਸ। ਫਾਰਮੂਲਾ ਅਪਲਾਈ ਕਰਨਾ ਆ ਗਿਆ ਸਾਰਿਆਂ ਨੂੰ? ਗਗਨ, ਗੁਰਲੀਨ? ਹਾਂਜੀ ਸਰ। ਹਾਂ ਬਸ ਅਪਲਾਈ ਕਰਨਾ ਸਿੱਖੋ, ਹਾਲੇ ਮੈਂ 5 ਨੰਬਰ ਦਾ ਆਰਟੀਕਲ ਨਹੀਂ ਕਰਵਾਇਆ, ਬਾਰ-ਬਾਰ ਕਹਿ ਰਿਹਾ ਮੈਂ। ਸਰ ਹਾਂਜੀ ਸਰ ਇਹ ਜ਼ਰੂਰੀ ਹੈ ਸਰ ਇੱਥੇ ਆਈ ਸੀ ਡੀ ਲੈਣਾ ਜਾਂ ਫਿਰ ਕੁਝ ਵੀ ਲੈ ਸਕਦੇ ਆਪਾਂ? ਯਾਰ ਜੇ ਆਪਾਂ ਨੇ ਏ ਫਾਈਂਡ AD ਕਰਨਾ, ਵੀ ਲੈ ਸਕਦੇ ਨਾ? ਆਪਾਂ ਆਈ ਏ ਫਾਈਂਡ ਕਰਨਾ, ਧਿਆਨ ਨਾਲ ਦੇਖ, ਏ ਫਾਈਂਡ ਕਰਨਾ ਆਪਾਂ ਨੂੰ, ਆਈ ਵਾਈ ਪਲੱਸ ਐਮ ਐਚ ਸਕੇਅਰ ਕਰਨਾ ਪਊ, ਸੇਮ ਚੀਜ਼। ਠੀਕ ਹੈ, ਆਪਾਂ ਨੇ ਆਈ, ਹਾਂਜੀ ਏ ਬੀ ਫਾਈਂਡ ਕਰਨਾ, ਕਿਹਦੇ ਇਕੁਅਲ ਕਰਾਂਗੇ? ਆਈ ਐਕਸ ਪਲੱਸ ਐਮ ਐਚ ਸਕੇਅਰ। ਹਾਂਜੀ ਜਲਦੀ ਬੋਲੋ, ਕਲਾਸ में नेक्स्ट ਸਰ क्लास है। ਆਪਾਂ ਨੇ ਪੈਰਲਲ ਡਿਸਟੈਂਸ Clear, sir, ਪੈਰਲਲ clear. ਡਿਸਟੈਂਸ ਉਹ ਲੈਣਾ ਸੈਂਟਰ ਆਫ ਮਾਸ ਪਾਸ ਹੋ ਰਿਹਾ ਆ। ਯੈਸ, ਦੋ ਐਕਸਿਸ ਦੇ ਵਿਚਕਾਰਲਾ ਡਿਸਟੈਂਸ, ਦੋ ਪੈਰਲਲ ਐਕਸਿਸ ਦੇ ਵਿਚਕਾਰਲਾ ਡਿਸਟੈਂਸ। ਜੇ ਆਪਾਂ ਨੇ ਆਈ ਜਿਹੜਾ ਏ center of ਲਿੱਤਾ mass ਸੀ, ਤੋਂ pass ਹੋ ਰਿਹਾ। ਹਾਂਜੀ ਜਿਹੜਾ ਆਪਾਂ ਨੇ ਏ ਲਿੱਤਾ ਸੀ ਉਹ O ਤੋਂ ਦੇਖਿਆ ਸੀ ਡਿਸਟੈਂਸ, ਕਿਉਂਕਿ ਉਹ ਆਪਣੇ ਕੋਲ ਕੀ ਸੀ? A ਦੇ ਪੈਰਲਲ ਸੀ। ਜਿਹੜਾ ਆਪਾਂ ਨੇ ਸੀ ਡੀ ਦਾ ਦੇਖਣਾ ਉਹ ਕਿਤੇ ਦੇਖਣਾ? ਆਈ ਐਕਸ ਤੋਂ ਦੇਖਣਾ। ਠੀਕ ਹੈ ਸਰ, ਆ ਗਿਆ ਸਮਝ। ਚਲੋ ਕੱਲ ਮੈंने ਹਲੇ 5 ਨੰਬਰ ਦੇ ਆਰਟੀਕਲ ਕਰਾਣੇ ਆ, ਤਾਂ ਵਿੱਚ ਮਿਕਸ ਨਾ ਕਰਿਓ, ਪਹਿਲਾਂ ਕਹਿ ਰਿਹਾ ਮੈਂ। ਹਲੇ ਉਹਦੀ ਐਪਲੀਕੇਸ਼ਨ ਦੱਸੀ ਹੈ ਮੈंने ਕਿ ਹਾਂ ਆਪਾਂ ਨੇ ਹੁਣ ਕਰ ਚੁੱਕੇ ਹਾਂ, ਤਾਂ ਉਹਨਾਂ ਨੂੰ ਰਿਲੇਟ ਕਰ ਸਕਦੇ ਹੋ ਤੁਸੀਂ। ਕੱਲ ਮੈਂ ਇੱਥੋਂ ਹੀ ਸਟਾਰਟ ਕਰੂੰਗਾ, ਕਿਉਂਕਿ ਇੱਥੋਂ ਹਾਂ ਪਰਪੈਂਡੀਕੂਲਰ ਐਕਸਿਸ ਵੀ ਦੱਸਣਾ ਹੈ, ਹੁਣ ਟਾਈਮ ਨਹੀਂ ਹੈ ਦੱਸਣ ਲਈ। ਠੀਕ ਹੈ, ਬਾਕੀ ਕੱਲ ਕਰਦੇ ਹਾਂ। ਗੁੱਡ ਈਵਨਿੰਗ ਟੂ ਆਲ।